ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਚੈੱਕ ਕਰ ਲੈਣੀ। ਸ਼੍ਰੀ ਰਾਗ ਮਹਿਲਾ ਪੰਜਵਾਂ। ਸ਼੍ਰੀ ਗੁਰੂ ਗ੍ਰੰਥ ਦੇ ਅੰਗ ਨੰਬਰ 48 ਤੇ 48 ਹੇਠੋਂ ਜਿਹੜਾ ਹੈ 1 2 3 4 5 6 7ਵੀਂ ਲਾਈਨ ਹੇਠੋਂ 7ਵੀਂ ਪੰਕਤੀ ਹੈ 2 ਨੰਬਰ ਤੋਂ ਬਾਅਦ। ਅੰਗ ਨੰਬਰ 48 ਧਰਮ ਦੇ ਵਿੱਚ ਸਫਾ ਨਹੀਂ, ਪੇਜ ਨਹੀਂ ਕਿਹਾ ਜਾਂਦਾ, ਅੰਗ ਕਿਹਾ ਜਾਂਦਾ। ਮਨ ਤਨ ਨਿਰਮਲ ਹੋਇਆ, ਲਾਗੀ ਸਾਚ ਪ੍ਰੀਤ, ਚਰਨ ਭਜੇ ਪਾਰ ਬ੍ਰਹਮ ਕੇ, ਸਭ ਜਪ ਤਪ ਤਿਨ ਹੀ ਕੀਤ, ਰਤਨ ਜਵੇਹਰ ਮਾਣਿਕਾ, ਅੰਮ੍ਰਿਤ ਹਰ ਕਾ ਨਾਉ, ਸੂਖ ਸਹਿਜ ਆਨੰਦ ਰਸ, ਜਨ ਨਾਨਕ ਹਰ ਗੁਣ ਗਾਓ। ਮਨ ਤਨ ਨਿਰਮਲ ਹੋਇਆ, ਲਾਗੀ ਸਾਚ ਪ੍ਰੀਤ। ਜਦੋਂ ਪਰਮਾਤਮਾ ਨਾਲ ਪਿਆਰ ਪੈ ਗਿਆ, ਮਨ ਅਤੇ ਤਨ ਸ਼ੁੱਧ ਹੋ ਗਏ। ਪਿਆਰ ਕਿਵੇਂ ਪੈਂਦਾ? ਨਾਮ ਜਪੀ ਜਾਓ, ਜਪੀ ਜਾਓ, ਬਾਣੀ ਪੜ੍ਹੀ ਜਾਓ, ਪੜ੍ਹੀ ਜਾਓ। ਜਦੋਂ ਮਨ ਇਕਾਗਰ ਹੋ ਜਾਏ, ਨਾਮ 'ਚ ਮਨ ਲੱਗ ਜਾਏ, ਬਾਣੀ 'ਚ ਮਨ ਲੱਗ ਜਾਏ, ਸਮਝੋ ਹੁਣ ਗੱਲ ਬਣਨੀ ਸ਼ੁਰੂ ਹੋ ਗਈ ਹੈ। ਜਿੰਨਾ ਚਿਰ ਬਾਣੀ ਪੜ੍ਹਨ 'ਚ ਆਨੰਦ ਨਹੀਂ ਆ ਰਿਹਾ, ਨਾਮ ਜਪਣ 'ਚ ਆਨੰਦ ਨਹੀਂ ਆ ਰਿਹਾ, ਇਹਦੇ ਅਜੇ ਕੋਈ ਗੱਲ ਨਹੀਂ ਬਣੀ। ਅਜੇ ਅਸੀਂ ਧਰਮ ਦੇ ਪਹਿਲੇ ਡੰਡੇ 'ਤੇ ਨਹੀਂ ਚੜ੍ਹੇ। ਧਰਮ ਕੀ ਪੌੜੀ ਹੈ ਨਾ, ਇਸ ਪੌੜੀ 'ਤੇ ਚੜ੍ਹਨਾ ਹੈ। ਇਸ ਲਈ ਨਾਮ ਜਪੀ ਜਾਣਾ, ਬਾਣੀ ਪੜ੍ਹੀ ਜਾਣੀ ਹੈ, ਨਾਮ ਜਪੀ ਜਾਣਾ, ਬਾਣੀ ਪੜ੍ਹੀ ਜਾਣੀ ਹੈ। ਇੱਕ ਦਿਨ ਇਸ ਦੇ ਵਿੱਚ ਫਿਰ ਰਸ ਆਉਣ ਲੱਗ ਜਾਂਦਾ ਹੈ। ਜਦੋਂ ਰਸ ਆਵੇਗਾ ਫਿਰ ਸਾਡਾ ਧਿਆਨ ਜੁੜੇਗਾ। ਜਦੋਂ ਧਿਆਨ ਜੁੜਨ ਲੱਗ ਜੇ, ਸਮਝੋ ਅੱਜ ਗੱਲ ਬਣ ਗਈ ਹੈ। ਫਿਰ ਤਰੱਕੀ ਹੋਣੀ ਸ਼ੁਰੂ ਹੋ ਜਾਂਦੀ ਹੈ। ਫਿਰ ਉਹ ਜਿਹੜਾ ਮਨ ਜੁੜਦਾ ਨਾ, ਉਹਦੇ ਨਾਲ ਫਿਰ ਮਨ ਅਤੇ ਤਨ ਨਿਰਮਲ ਹੋ ਜਾਂਦੇ। ਕਿਉਂ? ਇਹਦਾ ਮਤਲਬ ਰੱਬ ਨਾਲ ਪਿਆਰ ਪੈਦਾ ਹੋ ਗਿਆ ਹੈ। ਪਿਆਰੇ ਨੂੰ ਯਾਦ ਕਰੀਏ, ਆਪੇ ਆਨੰਦ ਆਉਂਦਾ ਹੈ। ਲਾਗੀ ਸਾਚ ਪ੍ਰੀਤ। ਜਦੋਂ ਪਰਮਾਤਮਾ ਨਾਲ ਪਿਆਰ ਪੈ ਗਿਆ ਨਾ, ਮਨ ਤਨ ਨਿਰਮਲ ਹੋਇਆ। ਇਹ ਜੀਵ ਦਾ ਮਨ ਅਤੇ ਤਨ ਨਿਰਮਲ ਹੋ ਜਾਂਦਾ ਹੈ। ਚਰਨ ਭਜੇ ਪਾਰ ਬ੍ਰਹਮ ਕੇ, ਸਭ ਜਪ ਤਪ ਤਿਨ ਹੀ ਕੀਤ। ਜਿਸ ਨੇ ਵੀ ਪਰਮਾਤਮਾ ਦੇ ਚਰਨ ਕਮਲਾਂ ਨੂੰ ਭਜਿਆ, ਭਾਵ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ, ਸਭ ਜਪ ਤਪ ਤਿਨ ਹੀ ਕੀਤ। ਸਮਝੋ ਉਹਨੇ ਸਾਰੇ ਜਪ ਕਰ ਲਏ, ਸਾਰੇ ਤਪ ਕਰ ਲਏ। ਉਹਨੂੰ ਜਪ ਤਪ ਕਰਨ ਦੀ ਲੋੜ ਨਹੀਂ ਜਿਹੜਾ ਪਰਮਾਤਮਾ ਦਾ ਨਾਮ ਜਪਦਾ ਹੈ। ਜਿਹੜਾ ਪਰਮਾਤਮਾ ਦਾ ਨਾਮ ਜਪਦਾ, ਉਹਨੂੰ ਤੀਰਥ ਇਸ਼ਨਾਨ ਦੀ ਲੋੜ ਨਹੀਂ। ਨਾਮ ਦੇ ਵਿੱਚ ਹੀ ਤੀਰਥ ਇਸ਼ਨਾਨ ਹੈ। ਕੱਲ੍ਹ ਵੀ ਆਇਆ ਸੀ, ਕੱਲ੍ਹ ਵੀ ਇਹੀ ਗੱਲ ਆਈ ਸੀ ਕਿ ਜੇ ਉਹਨੇ ਸਮਝੋ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਸੀ। ਆਇਆ ਸੀ ਨਾ, ਕਰ ਸੰਗਤ ਤੂੰ ਸਾਧ ਕੀ, 68 ਤੀਰਥ ਨਹਾਓ। ਗੁਰੂ ਦੀ ਸੰਗਤ ਕਰੋ, ਸਮਝੋ ਤੁਸੀਂ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ। ਕਹਿੰਦੇ ਤੁਸੀਂ ਪਰਮਾਤਮਾ ਦਾ ਨਾਮ ਜਪੋ, ਸਮਝੋ ਤੁਸੀਂ ਸਾਰੇ ਜਪ ਸਾਰੇ ਤਪ ਕਰ ਰਹੇ ਹਨ। ਰਤਨ ਜਵੇਹਰ ਮਾਨਕਾ, ਅੰਮ੍ਰਿਤ ਹਰ ਕਾ ਨਾਮ। ਹਰੀ ਦਾ ਨਾਮ ਜੋ ਅਮਰ ਕਰ ਦੇਣਾ। ਅੰਮ੍ਰਿਤ ਅਮ੍ਰਿਤ ਦੋ ਸ਼ਬਦਾਂ ਤੋਂ ਬਣੇ। ਅੰਮ੍ਰਿਤ ਅੰਮ੍ਰਿਤ, ਮ੍ਰਿਤ ਹੁੰਦਾ ਮਰਨਾ, ਅੰਮ੍ਰਿਤ ਜਦੋਂ ਬੰਦਾ ਨਾ ਮਰੇ, ਅਮਰ ਹੋ ਜਾਏ। ਪਰਮਾਤਮਾ ਦਾ ਨਾਮ ਜੋ ਅੰਮ੍ਰਿਤ ਹੈ ਨਾ, ਇਹ ਸਮਝੋ ਰਤਨ ਹੈ, ਇਹ ਜਵਾਹਰ ਹੈ, ਮਾਣਿਕ, ਇਹ ਮੋਤੀ ਹੈ। ਪਰਮਾਤਮਾ ਦਾ ਨਾਮ ਇੰਨਾ ਕੀਮਤੀ ਹੈ ਜਿਵੇਂ ਰਤਨ, ਜਵਾਹਰ, ਮਾਣਿਕ ਕੀਮਤੀ ਹੁੰਦੇ ਨੇ। ਸੂਖ ਸਹਿਜ ਆਨੰਦ ਰਸ,
ਜਨ ਨਾਨਕ ਹਰਿ ਗੁਣ ਗਾਓ। ਜਿਹੜਾ ਵੀ ਹਰੀ ਦੇ ਗੁਣ ਗਾਉਂਦਾ ਹੈ ਉਹਨੂੰ ਸੁੱਖ, ਸਹਿਜ, ਆਨੰਦ ਅਤੇ ਰਸ ਪ੍ਰਾਪਤ ਹੁੰਦਾ ਹੈ। ਹਰੀ ਦੇ ਗੁਣ ਗਾਈ ਜਾਓ, ਗਾਈ ਜਾਓ, ਵਾਹਿਗੁਰੂ 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 ਕਰੀ ਜਾਓ, ਕਰੀ ਜਾਓ, ਕਰੀ ਜਾਓ। ਫਿਰ ਹੌਲੀ ਹੌਲੀ ਤੁਹਾਨੂੰ ਸੁੱਖ ਵੀ ਮਿਲੇਗਾ, ਸਹਿਜ ਅਵਸਥਾ ਵੀ ਪੈਦਾ ਹੋ ਜਾਏਗੀ, ਆਨੰਦ ਵੀ ਆਵੇਗਾ ਅਤੇ ਗੁਣ ਗਾਉਂਦੇ ਰਸ ਵੀ ਆਵੇਗਾ। ਅੱਗੇ ਕਹਿੰਦੇ ਸ਼੍ਰੀ ਰਾਗ ਮਹਿਲਾ ਪੰਜਵਾਂ। ਪੰਚਮ ਪਾਤਸ਼ਾਹ ਫਰਮਾਨ ਕਰਦੇ ਨੇ, ਸੋਈ ਸਾਸਤ ਸੌਣ ਸੋਏ, ਜਿਤ ਜਪੀਐ ਹਰ ਨਾਉ, ਚਰਨ ਕਮਲ ਗੁਰ ਧਨ ਦੀਆ, ਮਿਲਿਆ ਨਿਥਾਵੇਂ ਥਾਂ, ਸਾਚੀ ਪੂੰਜੀ ਸਚ ਸੰਜਮੋ, ਆਠ ਪਹਿਰ ਗੁਣ ਗਾਓ, ਕਰ ਕਿਰਪਾ ਪ੍ਰਭ ਭੇਟਿਆ, ਮਰਨ ਨਾ ਆਵਣ ਜਾਓ। ਕਹਿੰਦੇ ਸੋਈ ਸਾਸਤ, ਸਾਸਤ ਮੈਨੇ ਸ਼ਾਸਤਰ, ਸਾਉਣ ਸ਼ਗਨ ਨੂੰ ਕਹਿੰਦੇ ਨੇ। ਇਹ ਜੀ ਸ਼ੁਭ ਸ਼ਗਨ ਹੈ। ਪੰਡਤਾਂ ਕੋਲ ਜਾਓ, ਜੇ ਅਸੀਂ ਮੈਰਿਜ ਕਰਨੀ ਆਪਣੇ ਲੜਕੇ ਜਾਂ ਲੜਕੀ ਦੀ, ਉਹ ਤੁਹਾਨੂੰ ਸ਼ੁਭ ਸਮਾਂ ਦੱਸ ਦੇਣਗੇ ਵੀ ਇੰਨੇ ਸਮੇਂ ਤੋਂ ਤੁਸੀਂ ਇਹ ਸ਼ੁਰੂ ਕਰਨਾ। ਉਹਨੂੰ ਕਹਿੰਦੇ ਨੇ ਮਹੂਰਤ। ਮਹੂਰਤ 2 ਘੜੀਆਂ ਦਾ ਹੁੰਦਾ ਹੈ। ਇੱਕ ਘੜੀ 24.5 ਮਿੰਟ ਦੀ ਹੁੰਦੀ ਹੈ। 49 ਮਿੰਟ ਜਿਹੜੇ ਦੇਣਗੇ ਤੁਹਾਨੂੰ, ਉਹਦੇ ਵਿੱਚ ਕੰਮ ਸ਼ੁਰੂ ਕਰਨਾ ਹੁੰਦਾ, ਮੁੱਕੇ ਜਦੋਂ ਮਰਜ਼ੀ ਹੈ। ਮੰਨ ਲਓ ਉਹਨਾਂ ਨੇ ਕਹਿਤਾ ਜੀ 2 ਵਜੇ ਤੋਂ ਲੈ ਕੇ 2:49 ਤੱਕ ਇਹ ਸ਼ੁਭ ਸਮਾਂ, ਇਹਦੇ ਵਿੱਚ ਤੁਸੀਂ ਕੋਈ ਕੰਮ ਸ਼ੁਰੂ ਕਰ ਲਓ ਜਿਹੜਾ ਕਰਨਾ। ਸੋ ਉਹ ਹੈ ਸਾਉਣ, ਸ਼ੁਭ ਸ਼ਗਨ, ਸ਼ੁਭ ਸਮਾਂ। ਜਿਤ ਜਪੀਐ ਹਰਿ ਨਾਉ, ਜਿਸ ਸਮੇਂ ਵੀ ਤੁਸੀਂ ਪਰਮਾਤਮਾ ਦਾ ਨਾਮ ਜਪੋਗੇ ਨਾ, ਬਸ ਉਹੀ ਸ਼ੁਭ ਸਮਾਂ, ਉਹੀ ਸ਼ਾਸਤਰਾਂ ਦਾ ਪੜ੍ਹਨਾ, ਉਹੀ ਸ਼ਾਸਤਰਾਂ ਦਾ ਪੜ੍ਹਨਾ, ਉਹੀ ਸ਼ੁਭ ਸਮਾਂ ਜਦ ਤੁਸੀਂ ਨਾਮ ਜਪੋਗੇ। ਇਸ ਲਈ ਜਦੋਂ ਅਸੀਂ ਨਾਮ ਜਪਦੇ ਉਦੋਂ ਹੀ ਅੰਮ੍ਰਿਤ ਵੇਲਾ ਹੈ। ਇੱਕ ਅੰਮ੍ਰਿਤ ਵੇਲਾ ਤਾਂ ਹੈ ਨਾ ਸਵੇਰੇ 3-4 ਵਜੇ। ਇੱਕ ਅੰਮ੍ਰਿਤ ਵੇਲਾ ਉਹ ਹੈ ਜਦੋਂ ਆਪਾਂ ਨਾਮ ਜਪਦੇ ਜਾਂ ਬਾਣੀ ਪੜ੍ਹਦੇ ਹਾਂ। ਹੁਣ ਆਪਾਂ ਬਾਣੀ ਪੜ੍ਹ ਰਹੇ ਹਾਂ, ਇਹ ਅੰਮ੍ਰਿਤ ਵੇਲਾ ਸਾਡੇ ਲਈ ਭਲਾ ਸਮਾਂ ਹੈ। ਚਰਨ ਕਮਲ ਗੁਰ ਧਨ ਦੀਆ, ਮਿਲਿਆ ਨਿਥਾਵੇਂ ਥਾਂ। ਗੁਰੂ ਨੇ ਆਪਣੇ ਚਰਨ ਕਮਲਾਂ ਦਾ ਧਨ ਦਿੱਤਾ, ਭਾਵ ਨਾਮ ਧਨ ਦਿੱਤਾ, ਆਪਣੇ ਪਿਆਰ ਦਾ ਧਨ ਦਿੱਤਾ। ਉਹਦੇ ਨਾਲ ਕੀ ਹੋਇਆ? ਮਿਲਿਆ ਨਿਥਾਵੇਂ ਥਾਂ। ਨਿਥਾਵੇਂ ਨੂੰ ਥਾਂ ਮਿਲ ਗਿਆ ਹੈ, ਕਿਉਂਕਿ ਗੁਰੂ ਨੇ ਆਪਣੇ ਚਰਨ ਕਮਲਾਂ ਦਾ ਓਟ ਆਸਰਾ ਦਿੱਤਾ ਹੈ, ਉਹਨੂੰ ਆਪਣੇ ਚਰਨ ਕਮਲਾਂ ਦਾ ਧਨ ਦਿੱਤਾ ਹੈ। ਉਹਨੂੰ ਫਿਰ ਨਿਥਾਵੇਂ ਨੂੰ ਥਾਂ ਮਿਲ ਜਾਂਦਾ ਹੈ। ਸਾਚੀ ਪੂੰਜੀ ਸੱਚ ਸੰਜਮੋ, 8 ਪਹਿਰ ਗੁਣ ਗਾਓ। 8 ਪਹਿਰ ਗੁਣ ਗਾਉਣ ਨਾਲ ਕੀ ਹੁੰਦਾ? ਇਹੀ ਸੱਚੀ ਪੂੰਜੀ ਹੈ, ਇਹੀ ਸੱਚਾ ਸੰਜਮ ਹੈ। ਸੰਜਮ ਹੁੰਦਾ ਆਪਣੀਆਂ ਇੰਦਰੀਆਂ 'ਤੇ ਕੰਟਰੋਲ ਕਰਨਾ। ਅੱਖਾਂ 'ਤੇ, ਕੰਨਾਂ 'ਤੇ, ਮੂੰਹ 'ਤੇ, ਹੱਥਾਂ 'ਤੇ, ਪੈਰਾਂ 'ਤੇ ਸਾਡੀ ਇੰਦਰੀਆਂ ਨੇ, ਇਹਨਾਂ ਨੂੰ ਕੰਟਰੋਲ 'ਚ ਰੱਖਣਾ ਹੈ। ਅੱਖਾਂ ਕਿਸੇ ਵੱਲ ਮਾੜਾ ਨਾ ਤੱਕਣ, ਕੰਨ ਭੈੜੀਆਂ ਗੱਲਾਂ ਨਾ ਸੁਣਨ, ਮੂੰਹ ਗੰਦਮੰਦ ਨਾ ਬਕੇ, ਹੱਥ ਮਾੜੇ ਕੰਮ ਨਾ ਕਰਨ, ਪੈਰ ਮਾੜੇ ਪਾਸੇ ਨੂੰ ਨਾ ਜਾਣ। ਇਹ ਕੰਟਰੋਲ ਕਰਨਾ, ਇਹ ਹੈ ਆਪਣੀ ਇੰਦਰੀਆਂ। ਇਹਨੂੰ ਕਹਿੰਦੇ ਨੇ ਸੰਜਮ। ਕਹਿੰਦੇ 8 ਪਹਿਰ ਗੁਣ ਗਾਓ, ਬਸ ਇਹੀ ਤੁਹਾਡੀ ਸੱਚੀ ਪੂੰਜੀ ਹੈ, ਇਹੀ ਸੱਚਾ ਸੰਜਮ ਹੈ। ਇਹ ਸੱਚੀ ਪੂੰਜੀ ਤੁਹਾਡੇ ਕੋਲ ਹੋ ਜਾਏਗੀ, ਨਾਮ ਧਨ ਤੁਹਾਡੇ ਕੋਲ ਹੋਏਗਾ। ਇਹੀ ਅਸਲ ਕੰਟਰੋਲ ਕਰਨ ਦਾ ਸਾਧਨ ਹੈ। ਜਦੋਂ ਵਿਹਲਾ ਹੀ ਨਹੀਂ ਰਹਿਣ ਦੇਣਾ ਸੀ ਮਨ ਨੂੰ, ਮਨ ਵਿਹਲਾ ਹੋਵੇਗਾ ਤਾਂ ਹੀ ਭੈੜੇ ਪਾਸੇ ਜਾਏਗਾ ਨਾ। ਜਿਵੇਂ ਕੋਈ ਗਰੀਬ ਬੰਦਾ ਸੀ, ਜੱਟ, ਨਾਲ ਦੇ ਪਿੰਡ 'ਚ ਇੱਕ ਸਾਧ ਆ ਗਿਆ। ਹੌਲੀ ਹੌਲੀ ਉਹਦੀ ਬੜੀ ਚਰਚਾ ਹੋ ਗਈ। ਉਹ ਜੱਟ ਦੀ ਘਰ ਵਾਲੀ ਕਹਿੰਦੀ ਵੀ ਹੁਣ ਤੁਸੀਂ ਫਸਲ 'ਤੇ ਲਈਏ ਬੀਜ, ਤੁਹਾਡੇ ਕੋਲ ਟਾਈਮ ਹੈਗਾ? ਆਪਾਂ ਹੈਗੇ ਗਰੀਬ,
ਪੈਸੇ ਹੀ ਨਹੀਂ ਨੌਕਰ ਰੱਖਣ ਜੋਗੇ। ਤੁਸੀਂ ਸਾਧ ਦੀ ਜਾ ਕੇ ਸੇਵਾ ਕਰੋ, ਹੋ ਸਕਦਾ ਖੁਸ਼ ਹੋ ਕੇ ਕਿਰਪਾ ਕਰ ਦੇਣ। ਆਗਿਆ ਪਾ ਕੇ ਘਰ ਵਾਲੇ ਚਲਿਆ ਗਿਆ ਹੈ। ਕਾਫੀ ਸਮਾਂ ਸੇਵਾ ਕਰਦਾ ਰਿਹਾ ਹੈ। ਇੱਕ ਦਿਨ ਮਹਾਂਪੁਰਖ ਪੁੱਛਦੇ, ਭਾਈ ਤੂੰ ਬਹੁਤ ਸੇਵਾ ਕੀਤੀ ਹੈ, ਮੰਗ ਕੀ ਮੰਗਦਾ? ਕਹੇ ਜੀ ਮੈਂ ਗਰੀਬ ਬੰਦਾ, ਮੈਂ ਕੋਈ ਕਾਮਾ ਨਹੀਂ ਰੱਖ ਸਕਦਾ, ਅਤੇ ਇਕੱਲੇ ਮੇਰੇ ਤੋਂ ਖੇਤੀਬਾੜੀ ਦਾ ਕੰਮ ਨਹੀਂ ਹੁੰਦਾ, ਮੈਨੂੰ ਕੋਈ ਨੌਕਰ ਚਾਹੀਦਾ ਹੈ। ਕਹਿੰਦੇ ਭਾਈ ਦੇ ਦਿੰਦੇ ਹਾਂ, ਦੇ ਦਿਓ। ਉਹਨਾਂ ਨੇ ਇੱਕ ਭੂਤ ਨੂੰ ਸੱਦਿਆ, ਕਹਿੰਦੇ ਲੈ ਭਾਈ ਇਹਦੇ ਨਾਲ ਚਲਿਆ ਜਾ, ਇਹ ਜੋ ਤੈਨੂੰ ਕੰਮ ਕਹੇ ਤੂੰ ਉਹ ਕਰਨਾ। ਕਹਿੰਦੇ 7 ਵਜੇ ਜੀ। ਉਹਨੂੰ ਲੈ ਕੇ ਆ ਗਿਆ। ਭੂਤ ਉਹਨੂੰ ਕਹਿੰਦਾ ਸੁਣੋ ਜੀ ਮੇਰੀ ਇੱਕ ਗੱਲ, ਜਿਹੜਾ ਮਰਜ਼ੀ ਇਹ ਕੰਮ ਦੱਸ ਦਿਓ ਮੈਂ ਕਰ ਦਾਂਗਾ, ਪਰ ਜਦੋਂ ਤੁਸੀਂ ਮੈਨੂੰ ਕੋਈ ਕੰਮ ਨਾ ਦੱਸਿਆ ਮੈਂ ਤੁਹਾਨੂੰ ਖਾ ਜਾਵਾਂਗਾ, ਇਹ ਸ਼ਰਤ ਹੈ ਮੇਰੀ, ਫਿਰ ਨਾ ਕਹਿਓ। ਉਹਨੇ ਸੋਚਿਆ ਇੰਨੇ ਕੰਮ ਨੇ ਕਿੱਥੇ, ਉਹਨੇ ਉਹਨੂੰ ਕਹਿਣਾ ਜਾ ਆਹ ਕੰਮ ਕਰਿਆ, ਉਹਨੇ ਮਿੰਟਾਂ ਸਕਿੰਟਾਂ 'ਚ ਕੰਮ ਕਰਕੇ ਆ ਜਾਣਾ। ਉਹਨੇ ਕਹਿਣਾ ਆਹ ਕੰਮ ਕਰਿਆ, ਉਹਨੇ ਉਹ ਵੀ ਫਟਾਫਟ ਕਰ ਆਉਣਾ। 3 ਕੁ ਦਿਨਾਂ ਦੇ ਵਿੱਚ ਸਾਰੇ ਕੰਮ ਮੁੱਕ ਗਏ। ਉਹਨੇ ਕਹਿ ਲਿਆ ਵੀ ਹੋਰ ਤਾਂ ਕੰਮ ਕੋਈ ਯਾਦ ਨਹੀਂ ਆ ਰਿਹਾ, ਅਤੇ ਉਹਨੇ ਤਾਂ ਆ ਕੇ ਮੈਨੂੰ ਖਾ ਜਾਣਾ। ਉਹ ਭੱਜਿਆ ਗਿਆ ਉਸ ਸਾਧੂ ਕੋਲ, ਕਹਿੰਦਾ ਮਹਾਰਾਜ ਜੀ ਉਹ ਤਾਂ ਇੰਨੀ ਫੁਰਤੀ ਨਾਲ ਕੰਮ ਕਰਦਾ, ਮੇਰੇ ਤਾਂ ਸਾਰੇ ਕੰਮ ਹੀ ਖਤਮ ਹੋ ਗਏ ਨੇ। ਅਤੇ ਉਹਨੇ ਕਿਹਾ ਜੇ ਤੂੰ ਮੈਨੂੰ ਕੰਮ ਨਾ ਦੱਸਿਆ ਮੈਂ ਤੈਨੂੰ ਖਾ ਜਾਣਾ, ਵੀ ਕਿਰਪਾ ਕਰੋ। ਕਹਿੰਦੇ ਅੱਛਾ ਐਂ ਕਰ, ਉਹਦੇ ਆਉਣ ਤੋਂ ਪਹਿਲਾਂ ਆਪਣੇ ਵਿਹੜੇ 'ਚ ਜਾ ਕੇ ਇੱਕ ਬਾਂਸ ਗੱਡ ਲੈ, ਜਦੋਂ ਆਵੇ ਦੱਸੋ ਜੀ ਕੀ ਕੰਮ ਹੈ। ਉਹਨੂੰ ਕਹੇ ਇਸ 'ਤੇ ਚੜ੍ਹੀ ਜਾ ਉਤਰੀ ਜਾ। ਕਿੰਨੇ ਵਾਰੀ? ਕਹਿੰਦਾ ਜਿੰਨਾ ਚਿਰ ਮੈਂ ਹੁਕਮ ਨਹੀਂ ਦਿੰਦਾ, ਅਗਲੇ ਹੁਕਮਾਂ ਤੱਕ ਚੜ੍ਹੀ ਜਾ ਉਤਰੀ ਜਾ। ਉਹ ਕਈ ਦਿਨ ਕਰਦਾ ਰਿਹਾ, ਉਹ ਵੀ ਸਮਝ ਗਿਆ। ਕਹਿ ਜੀ ਮੈਂ ਚਲਿਆ ਜਾ, ਕਹਿ ਚਲਿਆ ਜਾ ਭਰਾਵਾ, ਤੂੰ ਚਲਿਆ ਗਿਆ। ਮਹਾਂਪੁਰਖ ਕਹਿੰਦੇ ਇਸੇ ਤਰ੍ਹਾਂ ਸਾਡਾ ਮਨ ਹੈ, ਜੇ ਤੁਸੀਂ ਇਹਨੂੰ ਵਿਹਲਾ ਛੱਡੋਗੇ ਨਾ ਇਹ ਤੁਹਾਡੇ ਲਈ ਸਿਆਪਾ ਖੜਾ ਕਰੇਗਾ, ਇਹਨੂੰ ਕੰਮ ਲਾਈ ਰੱਖਣਾ। ਇਹ ਤੁਹਾਡਾ ਮਨ ਭੂਤ ਹੈ, ਭੂਤ। ਇਸ ਲਈ ਐਂ ਸਮਝੋ ਕਿ ਮੈਂ ਆਪਣੇ ਹਿਰਦੇ ਦੇ ਵਿੱਚ ਬਾਂਸ ਗੱਡਿਆ ਹੋਇਆ ਹੈ, ਧੁੰਨੀ ਤੋਂ ਲੈ ਕੇ ਗਲ ਤੱਕ। ਹੁਣ ਕਰਨਾ ਕੀ ਹੈ, ਇਹ ਜਿਹੜਾ ਭੂਤ ਹੈ ਨਾ ਉਹਨੂੰ ਹੁਣ ਕਹਿਣਾ ਵੀ ਆ ਅੰਦਰ ਮੇਰੇ ਬਾਂਸ ਗੱਡਿਆ ਹੋਇਆ ਧੁੰਨੀ ਤੋਂ ਲੈ ਕੇ ਗਲੇ ਤੱਕ ਹੈ, ਬਸ ਤੂੰ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ, ਚੜ੍ਹਦੇ ਰਹਿ ਉਤਰਦਾ ਰਹਿ। ਜਦ ਚੜ੍ਹੇਗਾ ਕਹੀਂ ਵਾਹਿਗੁਰੂ, ਉਤਰੇਗਾ ਕਹੀਂ ਵਾਹਿਗੁਰੂ। ਇਸ ਲਈ ਮਨ ਨੂੰ ਕਹਿੰਦਾ ਲਾਈ ਰੱਖੋ, ਸਾਹ ਆਵੇ ਕਹੋ ਵਾਹਿਗੁਰੂ, ਸਾਹ ਬਾਹਰ ਨਿਕਲੇ ਵਾਹਿਗੁਰੂ, ਸਾਹ ਆਇਆ ਵਾਹਿਗੁਰੂ, ਸਾਹ ਬਾਹਰ ਗਿਆ ਵਾਹਿਗੁਰੂ। ਇਹਨੂੰ ਕਹਿੰਦਾ ਸਾਹ ਸਾਹ ਸਿਮਰੋ ਗੋਬਿੰਦ। ਇਸ ਤਰ੍ਹਾਂ ਜਿਹੜਾ ਮਨ ਹੈ ਉਹ ਆਪੇ ਸਾਡੇ ਕੰਟਰੋਲ 'ਚ ਹੋ ਜਾਵੇਗਾ, ਨਹੀਂ ਤਾਂ ਸਾਰਾ ਗੜਬੜ ਮਨ ਹੀ ਕਰਾਉਂਦਾ ਸਾਡੇ ਤੋਂ। ਇਸ ਲਈ ਕਹਿੰਦੇ ਜਿਹੜਾ 8 ਪਹਿਰ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਨਾ, ਇਹੀ ਸੱਚੀ ਪੂੰਜੀ ਹੈ, ਇਹੀ ਸੱਚਾ ਸੰਜਮ ਹੈ। ਕਰ ਕਿਰਪਾ ਪ੍ਰਭ ਭੇਟਿਆ, ਮਰਨ ਨਾ ਆਵਣ ਜਾਓ। ਜਦੋਂ ਦਿਨ ਰਾਤ 8 ਪਹਿਰ ਨਾਮ ਜਪੀ ਗਿਆ ਨਾ, ਪਰਮਾਤਮਾ ਨੇ ਕਰਤੀ ਕਿਰਪਾ, ਪਰਮਾਤਮਾ ਮਿਲ ਪਿਆ ਹੈ, ਭੇਟਿਆ ਮਿਲ ਪਿਆ। ਮਰਨ ਨਾ ਆਵਣ ਜਾਓ, ਹੁਣ ਜੰਮਣਾ ਮਰਨਾ ਹੀ ਖਤਮ ਹੋ ਗਿਆ ਹੈ। ਹੁਣ ਜੰਮਣ ਮਰਨਾ ਹੀ ਖਤਮ ਹੋ ਗਿਆ, ਆਉਣਾ ਜਾਣਾ ਹੀ ਖਤਮ ਹੋ ਗਿਆ ਹੈ। ਇਸ ਲਈ ਨਾਮ ਜਪੀ ਜਾਣਾ, ਜਿੰਨਾ ਸਮਾਂ ਵੀ ਮਿਲੇ ਸਮੇਂ ਨੂੰ ਬੜਾ ਕੀਮਤੀ ਸਮਝਣਾ। ਹਾਂ, ਇਹ ਖਿਆਲ ਰੱਖਣਾ, ਇੱਕ ਇੱਕ ਮਿੰਟ ਕੀਮਤੀ ਸਮਝਣਾ, ਇਸਨੂੰ ਐਵੇਂ ਨਹੀਂ ਗੁਆ ਦੇਣਾ। ਇਸ ਅੱਗੇ ਗੁਰੂ ਮਹਾਰਾਜ ਕਹਿੰਦੇ, ਮੇਰੇ ਮਨ ਹਰ ਪਜ ਸਦਾ ਇੱਕ ਰੰਗ, ਘਟ ਘਟ ਅੰਤਰ ਰਵ ਰਿਹਾ,
ਸਦਾ ਸਹਾਈ ਸੰਗ। ਮੇਰੇ ਮਨ ਹਰ ਭਜ ਸਦਾ ਇੱਕ ਰੰਗ, ਇੱਕ ਰੰਗ ਪਿਆਰ ਸਹਿਤ। ਪਿਆਰ ਸਹਿਤ ਕਹਿ ਤੂੰ ਪਰਮਾਤਮਾ ਦਾ ਨਾਮ ਜਪੀ ਜਾ। ਇਹ ਮੇਰੇ ਮਨਾ ਤੂੰ ਪਿਆਰ ਸਹਿਤ ਪਰਮਾਤਮਾ ਦਾ ਨਾਮ ਜਪੀ ਜਾ। ਘਟ ਘਟ ਅੰਤਰ ਰਵ ਰਿਹਾ। ਪਰਮਾਤਮਾ ਹਰ ਇੱਕ ਸਰੀਰ ਦੇ ਵਿੱਚ ਵਸਦਾ ਹੈ। ਘਟ ਮਨ ਸਰੀਰ, ਰਵ ਹੁੰਦਾ ਵਸਣਾ। ਪਰਮਾਤਮਾ ਹਰ ਇੱਕ ਸਰੀਰ ਦੇ ਵਿੱਚ ਵਸ ਰਿਹਾ। ਸਦਾ ਸਹਾਈ ਸੰਗ, ਉਹ ਸਦਾ ਹੀ ਸਹਾਇਤਾ ਕਰਨ ਵਾਲਾ ਹੈ, ਉਹ ਸਦਾ ਹੀ ਸਾਡਾ ਸੰਗੀ ਹੈ। ਇਸ ਲਈ ਕਹਿੰਦੇ ਉਹਦਾ ਨਾਮ ਜਪੀ ਜਾ। ਰਹਾਉ ਸੁੱਖਾਂ, ਖੱਖੇ ਨੂੰ ਕਰਨਾ ਬਿੰਦੀ ਲਾ ਕੇ ਬੋਲਣਾ। ਸੁੱਖਾਂ ਕੀ ਮਿਤ ਕਿਆ ਗਣੀ, ਜਾਂ ਸਿਮਰੀ ਰਾਰਨ ਬਿਹਾਰੀ ਬਿੰਦੇ, ਜਾਂ ਸਿਮਰੀ ਗੋਬਿੰਦ। ਮਿਤ ਹੁੰਦੀ ਗਿਣਤੀ। ਜਦੋਂ ਮੈਂ ਪਰਮਾਤਮਾ ਦਾ ਸਿਮਰਨ ਕਰਦਾ ਹਾਂ, ਮੈਨੂੰ ਕਦੇ ਇੰਨੇ ਸੁੱਖ ਮਿਲਦੇ ਨੇ ਕਿ ਮੈਂ ਉਹਨਾਂ ਦੀ ਗਿਣਤੀ ਹੀ ਨਹੀਂ ਕਰ ਸਕਦਾ। ਸੁੱਖਾਂ ਕੀ ਮਿਤ ਕਿਆ ਗਣੀ, ਗਣੀ ਮੈਨੇ ਗਿਣਤੀ ਕਰਨਾ। ਮੈਂ ਸੁੱਖਾਂ ਦੀ ਕੀ ਗਿਣਤੀ ਕਰਾਂ, ਪਰ ਮੈਂ ਸੁੱਖਾਂ ਦੀ ਗਿਣਤੀ ਹੀ ਨਹੀਂ ਕਰ ਸਕਦਾ। ਜਾਂ ਸਿਮਰੀ ਗੋਬਿੰਦ, ਜਦੋਂ ਮੈਂ ਪਰਮਾਤਮਾ ਦਾ ਸਿਮਰਨ ਕਰਦਾ ਹਾਂ। ਜਿਨ ਚਾਖਿਆ ਸੇ ਤ੍ਰਿਪਤਾਸਿਆ, ਉਹ ਰਸ ਜਾਣੇ ਜਿੰਦ। ਜਿਨੇ ਇਸ ਨਾਮ ਨੂੰ ਚਖਿਆ, ਨਾਮ ਜਪਿਆ, ਫਿਰ ਇਹ 'ਚ ਰਸ ਆਇਆ, ਫਿਰ ਉਸ ਰਸ ਨੂੰ ਉਸਨੇ ਚਖਿਆ। ਸੇ ਤ੍ਰਿਪਤਾਸਿਆ, ਤ੍ਰਿਪਤਾਸਿਆ, ਉਹ ਰੱਜ ਗਿਆ। ਉਹ ਤ੍ਰਿਸ਼ਨਾਵਾਂ ਅੰਦਰੋਂ ਖਤਮ ਹੋ ਗਈਆਂ, ਉਹਦਾ ਮਨ ਰੱਜ ਗਿਆ ਹੈ। ਪਹਿਲਾਂ ਮਨ ਭੁੱਖਾ ਭੁੱਖਾ ਕਰਦਾ ਸੀ, ਹੁਣ ਰੱਜ ਗਿਆ, ਤ੍ਰਿਪਤ ਹੋ ਗਿਆ। ਕਿਉਂ? ਨਾਮ ਨਹੀਂ ਰਜਾਉਣਾ। ਉਂਝ ਨਹੀਂ ਮਨ ਰਜਦਾ। ਮਨੁੱਖ ਮਾਇਆ ਨਾਲ ਮਨ ਨੂੰ ਰਜਾਉਣਾ ਚਾਹੁੰਦਾ, ਮਾਇਆ ਨਾਲ ਨਹੀਂ ਮਨ ਰੱਜਿਆ ਕਰਦਾ। ਮਾਇਆ ਤਾਂ ਇਸ ਤਰ੍ਹਾਂ ਜਿਵੇਂ ਤੁਸੀਂ ਅੱਗ ਦੇ ਉੱਤੇ ਹੋਰ ਲੱਕੜਾਂ ਪਾਈ ਜਾਓ, ਹੋਰ ਪਾਈ ਜਾਓ, ਉਹ ਅੱਗ ਬੁਝੇਗੀ ਨਹੀਂ, ਸਗੋਂ ਹੋਰ ਮੱਚੇਗੀ। ਜਿਉਂ ਜਿਉਂ ਤੁਹਾਡੇ ਕੋਲ ਮਾਇਆ ਵੱਧ ਹੋਏਗੀ, ਤਿਉਂ ਤਿਉਂ ਤ੍ਰਿਸ਼ਨਾ ਵਧੇਗੀ, ਹੋਰ ਮਾਇਆ ਵਧੇਗੀ। ਇਹ ਤਾਂ ਨਾਮ ਜਲ ਜਦੋਂ ਪਾਓਗੇ ਨਾ ਤੇ ਫਿਰ ਉਹ ਤ੍ਰਿਸ਼ਨਾਵਾਂ ਦੀ ਅੱਗ ਬੁਝੇਗੀ। ਜਿਨ ਚਾਖਿਆ ਸੇ ਤ੍ਰਿਪਤਾਸਿਆ, ਜਿਹਨੇ ਇਸ ਨਾਮ ਰਸ ਨੂੰ ਚਖਿਆ ਉਹ ਤ੍ਰਿਪਤ ਹੋ ਗਿਆ, ਉਹ ਰੱਜ ਗਿਆ। ਉਹ ਰਸ ਜਾਣੇ ਜਿੰਦ, ਉਹਦੀ ਜਿੰਦ, ਉਹਦੀ ਆਤਮਾ, ਉਹਦਾ ਮਨ ਉਸ ਰਸ ਨੂੰ ਜਾਣਦਾ ਹੈ। ਉਹੀ ਜਾਣਦਾ ਜਿਹਨੇ ਚਖਿਆ ਇਸ ਨੂੰ। ਸੰਤਾਂ ਸੰਗਤ ਮਨ ਵਸੈ, ਪ੍ਰਭ ਪ੍ਰੀਤਮ ਬਖਸ਼ਿੰਦ। ਜਿਨ ਸੇਵਿਆ ਪ੍ਰਭ ਆਪਣਾ, ਸੋਈ ਰਾਜ ਨਰਿੰਦ। ਸੰਤਾਂ ਸੰਗਤ ਮਨ ਵਸੈ, ਪ੍ਰਭ ਪ੍ਰੀਤਮ ਬਖਸ਼ਿੰਦ। ਪਰਮਾਤਮਾ ਜਿਹੜਾ ਪ੍ਰੀਤਮ ਹੈ, ਪਿਆਰਾ ਹੈ। ਬਖਸ਼ਿੰਦ ਜੋ ਬਖਸ਼ਣਹਾਰ ਹੈ, ਉਹ ਸੰਤਾਂ ਦੀ ਸੰਗਤ ਕਰਨਾ ਮਨ 'ਚ ਆ ਕੇ ਵਸ ਜਾਂਦਾ ਹੈ। ਉਹ ਪਰਮਾਤਮਾ ਜਿਹੜਾ ਪਿਆਰਾ ਹੈ, ਜਿਹੜਾ ਬਖਸ਼ਣਹਾਰ ਹੈ, ਜਿਹੜਾ ਮਨੁੱਖ ਸੰਤਾਂ ਦੀ ਸੰਗਤ ਕਰਦਾ ਹੈ, ਉਹਦੇ ਮਨ 'ਚ ਆ ਕੇ ਪਰਮਾਤਮਾ ਵਸ ਜਾਂਦਾ ਹੈ। ਜਿਨ ਸੇਵਿਆ ਪ੍ਰਭ ਆਪਣਾ, ਸੋਈ ਰਾਜ ਨਰਿੰਦ। ਜਿਹਨੇ ਪਰਮਾਤਮਾ ਦਾ ਸਿਮਰਨ ਕੀਤਾ, ਉਹ ਤੇ ਰਾਜਿਆਂ ਦਾ ਰਾਜਾ ਹੈ। ਰਾਜ ਨਰਿੰਦ, ਰਾਜਿਆਂ ਦਾ ਰਾਜਾ, ਉਹ ਤੇ ਰਾਜਿਆਂ ਦਾ ਰਾਜਾ ਹੈ। ਨਿਰਾ ਰਾਜਾ ਨਹੀਂ, ਰਾਜਿਆਂ ਦਾ ਰਾਜਾ ਹੈ। ਰਾਜੇ, ਵੱਡੇ ਵੱਡੇ ਰਾਜੇ ਵੀ ਆ ਕੇ ਉਹਨੂੰ ਮੱਥਾ ਟੇਕਦੇ ਨੇ। ਨਾਮ 'ਚ ਇੰਨੀ ਤਾਕਤ ਹੈ, ਨਾਮ 'ਚ ਇੰਨੀ ਤਾਕਤ ਹੈ, ਵੱਡਿਆਂ ਵੱਡਿਆਂ ਨੂੰ ਝੁਕਾ ਦਿੰਦਾ ਹੈ। ਇੰਨੀ ਤਾਕਤ ਹੈ। ਆ ਬਾਣੀ 'ਚ ਨਾਮ ਹੀ ਹੈ ਨਾ, ਝੁਕਾਉਂਦੀ ਹੈ ਨਾ ਫਿਰ ਵੱਡਿਆਂ ਵੱਡਿਆਂ ਨੂੰ। ਨਾਮ ਹੈ ਵਿੱਚ ਬਾਣੀ ਅੰਮ੍ਰਿਤ ਸਾਰੇ, ਸਾਰੀ ਬਾਣੀ 'ਚ ਨਾਮ ਹੀ ਨਾਮ ਹੈ, ਨਾਮ ਹੀ ਨਾਮ ਹੈ। ਨਾਮ ਦੀ ਮਹਿਮਾ ਕੀਤੀ ਗਈ ਹੈ।
ਹਰ ਮਿੰਟ 2 ਮਿੰਟਾਂ ਬਾਅਦ, ਹਰ ਲਾਈਨ 2 ਲਾਈਨਾਂ ਬਾਅਦ ਬਾਣੀ ਕਹਿੰਦੀ ਨਾਮ ਜਪੋ, ਨਾਮ ਜਪੋ। ਇਹੀ ਕਹਿੰਦੀ ਨਾ। ਇਸ ਲਈ ਕਹਿੰਦੇ ਜਿਹੜਾ ਜਿੰਨੇ ਪਰਮਾਤਮਾ ਦਾ ਨਾਮ ਜਪਿਆ ਉਹ ਤੇ ਰਾਜਿਆਂ ਦਾ ਰਾਜਾ ਹੋ ਗਿਆ। ਅਵਸਰ ਹਰ ਜਸ ਗੁਣ ਰਮਣ, ਜਿਤ ਕੋਟ ਮਜਨ ਇਸ਼ਨਾਨ। ਰਸਨਾ ਉਚਰੈ ਗੁਣਵੰਤੀ, ਕੋਇ ਨ ਪੁੱਜੈ ਦਾਨ। ਦ੍ਰਿਸ਼ਟ ਧਾਰ ਮਨ ਤਨ ਵਸੈ, ਦਇਆਲ ਪੁਰਖ ਮਿਹਰਵਾਨ। ਜੀਉ ਪਿੰਡ ਤਨ ਤਿਸ ਦਾ, ਹੋਂ ਸਦਾ ਸਦਾ ਕੁਰਬਾਨ। ਅਵਸਰ ਸਮੇਂ ਨੂੰ ਕਹਿੰਦੇ ਨੇ, ਹਿੰਦੀ ਕਹਿੰਦੇ ਅਵਸਰ, ਸਮਾਂ, ਮੌਕਾ, ਟਾਈਮ। ਵਾਵੇ ਤੋਂ ਪੰਜਾਬੀ 'ਚ ਊੜਾ ਬਣ ਜਾਂਦਾ। ਅਵਸਰ ਹਿੰਦੀ ਦਾ ਸ਼ਬਦ ਹੈ, ਉਸ ਤੋਂ ਪੰਜਾਬੀ ਦਾ ਬਣਿਆ ਅਵਸਰ, ਊੜਾ ਬਣ ਗਿਆ। ਜੇ ਕਿਵ ਹਿੰਦੀ ਦਾ ਸ਼ਬਦ ਹੈ, ਕਿਵ ਸਚਿਆਰਾ ਹੋਈਏ। ਕਿਵ ਤੋਂ ਬਣ ਗਏ ਕਿਉਂ, ਜਿਵ ਤੋਂ ਬਣ ਗਏ ਜਿਉਂ, ਤਿਵ ਤੋਂ ਬਣ ਗਏ ਤਿਉਂ। ਇਸ ਤਰ੍ਹਾਂ ਵਾਵਾ ਊੜੇ 'ਚ ਬਦਲ ਜਾਂਦਾ। ਅਵਸਰ ਹਰ ਜਸ ਗੁਣ ਰਮਨ, ਜਿਤ ਕੋਟ ਮਜਨ ਇਸ਼ਨਾਨ। ਉਹ ਸਮਾਂ ਜਦੋਂ ਮਨੁੱਖ ਹਰੀ ਦਾ ਜਸ ਕਰਦਾ ਹੈ, ਗੁਣ ਰਮਨ ਅਤੇ ਪਰਮਾਤਮਾ ਦੇ ਗੁਣਾਂ ਨੂੰ ਯਾਦ ਕਰਦਾ ਹੈ। ਕਹਿੰਦੇ ਸਮਝੋ ਉਹਨੇ ਕੋਟ ਮਜਨ ਇਸ਼ਨਾਨ, ਉਹਨੇ ਕਰੋੜਾਂ ਤੀਰਥਾਂ ਦਾ ਇਸ਼ਨਾਨ ਕਰ ਲਿਆ। ਮਜਨ ਹੁੰਦਾ ਤੀਰਥ ਇਸ਼ਨਾਨ। ਉਹਨੇ ਸਮਝੋ ਕੋਟ ਮਨੇ ਕਰੋੜਾਂ, ਉਹਨੇ ਕਰੋੜਾਂ ਤੀਰਥਾਂ ਦਾ ਇਸ਼ਨਾਨ ਕਰ ਲਿਆ। ਕਿਸ ਨੇ? ਜਿਸ ਨੇ ਸਮੇਂ 'ਤੇ ਹਰੀ ਦਾ ਜਸ ਕੀਤਾ, ਪਰਮਾਤਮਾ ਦੇ ਗੁਣ ਗਾਏ। ਸੋ ਉਹ ਸਮਾਂ ਕਿੰਨਾ ਭਾਗਾਂ ਵਾਲਾ ਹੈ। ਇਸ ਲਈ ਸਿੱਖ ਨੂੰ ਤੂੰ ਭਟਕਣਾ ਨਹੀਂ ਕਿਤੇ ਵੀ, ਹਾਂ ਫਿਰੀ ਜਾਓ ਜੀ, ਫਲਾਣੇ ਥਾਂ ਨਹਾਉਣ ਤੁਰੇ ਜਾਓ, ਫਲਾਣੇ ਥਾਂ ਚਲੇ ਤੁਰੇ ਜਾਓ ਜੀ। ਹਾਂਜੀ, ਨਾਮ ਜਪੀ ਜਾਓ। ਨਹਾਉਣ ਨਾਲ ਅੰਦਰਲੀ ਮੈਲ ਨਹੀਂ ਲੈਂਦੀ, ਨਹਾਉਣ ਨਾਲ ਅੰਦਰਲੀ ਮੈਲ ਨਹੀਂ ਲੈਂਦੀ। ਜਿੱਥੇ ਮਰਜ਼ੀ ਹੈ ਨਹਾ ਲਓ, ਅੰਦਰਲੀ ਮੈਲ ਗੁਰਬਾਣੀ ਕਹਿੰਦੇ ਬਾਣੀ ਪੜ੍ਹ ਕੇ ਜਾਂ ਨਾਮ ਜਪ ਕੇ ਲੈਂਦੀ ਹੈ, ਨਹਾਉਣ ਨਾਲ ਨਹੀਂ ਲੈਂਦੀ। ਨਹੀਂ ਤਾਂ ਜਿੰਨੇ ਸਰੋਵਰਾਂ 'ਚ ਲੋਕ ਨਹਾਉਂਦੇ ਤਾਂ ਸਾਰੇ ਪਵਿੱਤਰ ਹੋ ਜਾਣ। ਅਤੇ ਜੇ ਪਵਿੱਤਰ ਹੋ ਜਾਣ ਸਾਰਿਆਂ ਨੇ ਰੱਬ ਮਿਲ ਜਾਏ। ਰੱਬ ਕਦੋਂ ਮਿਲਦਾ? ਜਦੋਂ ਮਨ ਨਿਰਮਲ ਹੋ ਜਾਏ। ਅਤੇ ਜੇ ਇਸ਼ਨਾਨ ਕਰਨ ਨਾਲ ਮਨ ਨਿਰਮਲ ਹੋ ਜਾਏ ਤਾਂ ਫਿਰ ਤਾਂ ਹੁਣ ਤੱਕ ਕਰੋੜਾਂ ਨੂੰ ਆਪਾਂ ਕੋਈ ਵੀ ਨਹੀਂ ਸਰਜ ਬਜਣਾ, ਸਾਰਿਆਂ ਨੂੰ ਰੱਬ ਮਿਲ ਜਾਣਾ ਸੀ। ਕੋਈ ਨਾ ਕੋਈ ਕਦੇ ਨਾ ਕਦੇ ਨਹਾਉਂਦਾ ਹੀ ਹੈ ਸਰੋਵਰ 'ਚ। ਇਸ ਲਈ ਜਿਹੜੀ ਤੁਹਾਡੇ ਨਹਾਉਣ ਦੇ ਵਿੱਚ ਜਿਹੜੀ ਸ਼ਰਧਾ ਹੈ ਨਾ, ਸ਼ਰਧਾ ਹੈ, ਜਾਂ ਨਹਾਉਂਦਿਆਂ ਨਾ ਤੁਸੀਂ ਜਿਹੜਾ ਵਾਹਿਗੁਰੂ ਵਾਹਿਗੁਰੂ ਕਰਿਆ, ਬਸ ਉਹੀ ਫਲ ਦਿੰਦਾ। ਸ਼ਰਧਾ ਸੀ ਅਤੇ ਨਹਾਉਂਦਿਆਂ ਤਾਂ ਜੇ ਠੰਡਾ ਪਾਣੀ ਦੇ ਧੱਕੇ ਨਾਲ ਹੀ ਵਾਹਿਗੁਰੂ ਵਾਹਿਗੁਰੂ ਨਿਕਲਦਾ, ਰਾਮ ਰਾਮ ਨਿਕਲਦਾ ਮੂੰਹ। ਜਿਹੜਾ ਨਹਾਉਂਦਿਆਂ ਰਾਮ ਰਾਮ ਕਰ ਲਿਆ, ਵਾਹਿਗੁਰੂ ਵਾਹਿਗੁਰੂ ਕਰ ਲਿਆ, ਜਾਂ ਸ਼ਰਧਾ ਲੈਣ ਦੀ, ਉਸ ਨੂੰ ਫਲ ਲੱਗਦਾ। ਹੋਰ ਨਹਾਉਣ ਨਾਲ ਨਹੀਂ ਮਨ ਪਵਿੱਤਰ ਹੁੰਦਾ, ਨਹਾਉਣ ਨਾਲ ਸਰੀਰ ਹੀ ਪਵਿੱਤਰ ਹੁੰਦਾ। ਉਹ ਤਾਂ ਫਿਰ ਦੇਖੋ ਦੇਖੀ ਹੋ ਜਾਂਦਾ, ਬੰਦਾ ਚਲੇ ਜਾਂਦਾ। ਅਸੀਂ ਕਈ ਵਾਰੀ ਸਾਰਾ ਸ਼ਬਦ ਨਹੀਂ ਪੜ੍ਹਦੇ, ਅਸੀਂ ਇੰਨੇ ਹੀ ਪੜ੍ਹੇ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਉਸ ਸਰੋਵਰ ਦਾ ਨਾਮ ਰਾਮਦਾਸ ਸਰੋਵਰ ਹੀ ਨਹੀਂ ਹੈਗਾ। ਕੋਈ ਵੀ ਉਹਨੂੰ ਰਾਮਦਾਸ ਸਰੋਵਰ ਨਹੀਂ ਕਹਿੰਦਾ, ਅੰਮ੍ਰਿਤ ਸਰੋਵਰ ਕਹਿੰਦੇ ਸਾਰੇ। ਹਰਿਮੰਦਰ ਸਾਹਿਬ ਜਿਹੜਾ ਸਰੋਵਰ ਹੈ ਉਹਨੂੰ ਰਾਮਦਾਸ ਸਰੋਵਰ ਤਾਂ ਕੋਈ ਨਹੀਂ ਕਹਿੰਦਾ। ਰਾਮ ਸਰ ਸਰੋਵਰ ਤਾਂ ਨਾਲ ਹੈਗਾ, ਉਹ ਤਾਂ ਹੈਗਾ। ਜਿੱਥੇ ਪ੍ਰਿੰਟਿੰਗ ਪ੍ਰੈਸ ਲੱਗੀ ਹੋਈ ਹੈ ਉਹਦੇ ਸਾਹਮਣੇ ਜਿਹੜਾ ਸਰੋਵਰ ਹੈ ਉਹ ਰਾਮਸਰ ਸਰੋਵਰ ਹੈ। ਜਦੋਂ ਪੂਰੀ ਤੁਸੀਂ ਪੂਰਾ ਪੈਰਾ ਪੜ੍ਹੋਗੇ, ਪੂਰਾ ਸ਼ਬਦ ਪੜ੍ਹੋਗੇ, ਫਿਰ ਪਤਾ ਲੱਗੂਗਾ, ਫਿਰ ਪਤਾ ਲੱਗੂਗਾ ਵੀ ਇਹ ਤਾਂ ਜਿਹੜਾ ਸਤ ਸੰਗਤ ਨਾ ਗੁਰੂ ਦੀ, ਸਤ ਸੰਗਤ ਜਿਹੜੀ ਗੁਰੂ ਦੀ ਹੈ, ਅਤੇ ਜਿਹੜਾ ਨਾਮ ਜਪਿਆ ਉਹ ਅਸਲ 'ਚ ਸਰੋਵਰ ਹੈ, ਉਹਨੇ ਪਵਿੱਤਰ ਕਰਨਾ। ਨਹੀਂ ਤਾਂ ਫਿਰ ਕੰਮ ਹੀ ਬੜਾ ਸੌਖਾ ਹੋ ਜਾਏ।
ਕੋਈ ਵਿਰਲਾ ਢਾਵੇਂ ਜਿਹਨੇ ਨਹੀਂ ਸਰੋਵਰ 'ਚ ਇਸ਼ਨਾਨ ਕੀਤਾ ਹਰਿਮੰਦਰ ਸਾਹਿਬ 'ਤੇ, ਕੋਈ ਤੁਹਾਡੇ ਵਿਰਲਾ ਹੀ ਢਾਵਾਂ ਕੋਈ ਹੋਏਗਾ। ਫਿਰ ਤਾਂ ਆਪਾਂ ਸਾਰੇ ਪਵਿੱਤਰ ਹੋ ਗਏ, ਫਿਰ ਤੇ ਬਹਿਣ ਦੀ ਲੋੜ ਹੀ ਨਹੀਂ ਸੀ। ਪਵਿੱਤਰ ਹੋ ਗਏ ਰੱਬ ਮਿਲ ਜਾਣਾ ਸੀ ਬਸ, ਚੱਲ ਬੱਲੇ 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 ਹੋ ਜਾਣੀ ਸੀ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਇਸ਼ਨਾਨ ਨਾ ਕਰੋ, ਮੇਰੇ ਜਿਹੜਾ ਬਾਣੀ ਜੋ ਦ੍ਰਿੜ ਕਰਾਉਂਦੀ ਹੈ ਨਾ, ਕਿਤੇ ਤੁਸੀਂ ਸਮਝੋ ਵੀ ਇਸ਼ਨਾਨ ਕਰਕੇ ਸਾਡਾ ਮਨ ਨਿਰਮਲ ਹੋ ਗਿਆ। ਨੋ, ਚੋਰ ਵੀ ਇਸ਼ਨਾਨ ਕਰ ਰਿਹਾ ਮੁੜ ਕੇ ਫਿਰ ਚੋਰੀ ਕਰ ਰਿਹਾ, ਸ਼ਰਾਬ ਪੀਣ ਵਾਲਾ ਵੀ ਉੱਥੇ ਨਹਾ ਰਿਹਾ ਆ ਕੇ ਰਾਤ ਨੂੰ ਫਿਰ ਘੁੱਟ ਪੀਂਦਾ, ਰਿਸ਼ਵਤਖੋਰ ਵੀ ਉੱਥੇ ਨਹਾ ਰਿਹਾ ਆ ਕੇ ਫਿਰ ਰਿਸ਼ਵਤ ਲੈਂਦਾ, ਮਿਲਾਵਟਖੋਰ ਦੁੱਧ 'ਚ ਪਾਣੀ ਪਾਉਣ ਵਾਲਾ ਵੀ ਉੱਥੇ ਨਹਾ ਰਿਹਾ ਆ ਕੇ ਫਿਰ ਪਾਣੀ ਪਾਉਂਦਾ। ਫਿਰ ਕਿਉਂ? ਇਹ ਕੀ ਪਵਿੱਤਰ ਹੋ ਗਏ? ਜੇ ਪਵਿੱਤਰ ਹੋ ਜਾਂਦਾ ਮੁੜ ਕੇ ਕੰਮ ਹੀ ਨਹੀਂ ਕਰਦਾ। ਜੇ ਕਿਤੇ ਉੱਥੇ ਨਹਾਉਣ ਨਾਲ ਪਵਿੱਤਰ ਹੋ ਜਾਂਦਾ ਨਾ, ਸ਼ਰਾਬ ਪੀਣਾ ਸ਼ਰਾਬੀ ਜੇ ਉੱਥੇ ਨਹਾ ਕੇ ਮੁੜ ਕੇ ਸ਼ਰਾਬ ਨਾ ਪੀਵੇ, ਸਮਝੋ ਹਾਂ ਹੋ ਗਿਆ ਇਸ਼ਨਾਨ, ਇਹਦੇ ਮਨ ਦਾ ਵਾਕਿਆ ਅੱਜ ਇਸ਼ਨਾਨ ਹੋ ਗਿਆ ਹੈ, ਇਹ ਸ਼ਰਾਬ ਪੀਣੋਂ ਹਟ ਗਿਆ। ਰਿਸ਼ਵਤ ਲੈਂਦਾ ਸੀ, ਉੱਥੇ ਇਸ਼ਨਾਨ ਕੀਤਾ, ਮੁੜ ਕੇ ਕਿ ਰਿਸ਼ਵਤ ਨਹੀਂ ਲਈ, ਹਾਂ ਇਹਦਾ ਮਤਲਬ ਹਾਂ ਗੱਲ ਬਣ ਗਈ ਹੈ। ਇਸ ਤਰ੍ਹਾਂ ਦੀ ਗੱਲ ਬਣ ਸਕਦੀ ਹੈ। ਅਤੇ ਜੇ ਮੁੜ ਕੇ ਉਹੀ ਕੁਛ ਹੀ ਕਰੀ ਜਾਣਾ ਤਾਂ ਫਿਰ ਤਾਂ ਫਾਰਮੈਲਿਟੀਜ਼ ਨੇ, ਜਿੰਨੀ ਮਰਜ਼ੀ ਕਰੀ ਜਾਓ। ਜੇ ਮੁੜ ਕੇ ਉਸ ਤਰ੍ਹਾਂ ਕਰੀ ਜਾਣਾ, ਫਿਰ ਜੈਸੇ ਨਾਤੇ ਜੈਸੇ ਨਾ ਨਾਤੇ। ਇਸ ਲਈ ਕਹਿੰਦੇ ਸਾਧ ਭਲੇ ਅਨ ਨਾਤਿਆਂ, ਚੋਰ ਸੇ ਚੋਰਾ ਚੋਰ। ਚੋਰ ਜਿੰਨੀ ਮਰਜ਼ੀ ਨਹਾ ਲਿਓ, ਚੋਰ ਹੀ ਹੈ। ਸਾਧ ਜੇ ਨਹੀਂ ਨਹਾਵੇਗਾ ਤਾਂ ਵੀ ਸਾਧ ਹੀ ਹੈ, ਤਾਂ ਵੀ ਸਾਧ ਹੀ ਹੈ। ਉਹਦਾ ਸਾਧ ਬਣਾ ਗੁਆਚਣਾ ਨਹੀਂ ਹੈਗਾ। ਸੋ ਭਾਵ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਕਿਤੇ ਸਮਝ ਲਓ ਬਾਬਾ ਜੀ ਇਸ਼ਨਾਨ ਦੇ ਵਿਰੁੱਧ ਕੋਈ ਬੋਲ ਰਹੇ ਨੇ, ਨਹੀਂ। ਅਗਰ ਪਰਿਵਰਤਨ ਹੀ ਨਹੀਂ ਕੋਈ ਆਇਆ, ਫਿਰ ਜੈਸਾ ਕੀਤਾ ਜੈਸਾ ਨਾ ਕੀਤਾ। ਗੁਰਦੁਆਰੇ ਗਏ, ਜੋ ਮੇਰੇ 'ਚ ਬੁਰਾਈ ਸੀ ਮੱਥਾ ਟੇਕ ਕੇ ਆ ਕੇ ਮੁੜ ਕੇ ਉਹੀ ਅੰਦਰ ਬੁਰਾਈ ਹੈ, ਫਿਰ ਜੈਸਾ ਗਿਆ ਜੈਸਾ ਨਾ ਗਿਆ। ਮਨ ਨੂੰ ਧੋਖਾ ਦੇਣਾ ਜਿੰਨ ਮਰਜ਼ੀ ਦੇਈ ਚਲੋ, ਮਨ ਨੂੰ ਝੂਠੀਆਂ ਤਸੱਲੀਆਂ ਜਿੰਨੀਆਂ ਮਰਜ਼ੀ ਦੇਈ ਜਾਓ, ਇਹ ਤਾਂ ਝੂਠੀ ਤਸੱਲੀ ਹੈ। ਗੁਰੂ ਕੋਲੇ ਜਾ ਕੇ ਬੁਰਾਈ ਤੇ ਕੋਈ ਛੱਡੀ ਹੀ ਨਹੀਂ। ਹਾਂ, ਆਪਣਾ ਰੋਣਾ ਧੋਣਾ ਜ਼ਰੂਰ ਤੋਂ ਹੈ ਵੀ ਮੈਨੂੰ ਆਹ ਦੇ ਦਿਓ ਜੀ, ਮੈਨੂੰ ਆਹ ਦੇ ਦਿਓ ਜੀ। ਯਾਦ ਰੱਖੋ, ਹਰਾਮ ਦੀ ਕਮਾਈ ਵਾਲੇ ਬੰਦੇ ਵੱਲ ਤਾਂ ਗੁਰੂ ਮਹਾਰਾਜ ਵੇਖਦੇ ਹੀ ਨਹੀਂ, ਬਸ ਗੱਲ ਹੀ ਨਿਬੜੀ। ਅਗਰ ਤੁਹਾਨੂੰ ਹਰਾਮ ਦੀ ਕਮਾਈ ਨਾ, ਚਾਹੇ ਡੰਡੌਤ ਕਰੀ ਜਾ ਗੁਰੂ ਅੱਗੇ, ਜੋ ਮਰਜ਼ੀ, ਉਹਨੇ ਤੁਹਾਡੇ ਵੱਲ ਵੇਖਣੀ ਨਹੀਂ। ਗੁਰ ਪੀਰ ਹਮ ਤਾਂ ਪਰੈ ਜਾਂ ਮੁਰਦਾਰ ਨਾ ਖਾਏ। ਗੁਰੂ ਪੀਰ ਹਮ ਹੀ ਤਾਂ ਪਰਦੇ ਜੇ ਬੰਦਾ ਹਰਾਮ ਦੀ ਕਮਾਈ ਨਾ ਖਾਵੇ। ਹਰਾਮ ਦੀ ਕਮਾਈ ਖਾ ਰਿਹਾ, ਨਹੀਂ ਤਾਂ ਫਿਰ ਗੁਰੂ ਮਹਾਰਾਜ ਖੀਰ ਪੂੜੇ ਕੋਈ ਮਾੜੇ ਲੱਗਦੇ ਸੀ। ਭਾਈ ਲਾਲੋ ਦੀ ਜ਼ਰੂਰੀ ਸੀ ਨਾ ਕੋਦੜੇ ਦੀ ਰੋਟੀ ਖਾਣੀ ਸੀ, ਮਲਕ ਭਾਗ ਉਹਦੇ ਚਲੇ ਜਾਂਦੇ, ਉਹਦੇ ਚਲੇ ਜਾਂਦੇ। ਉਹ ਕਹਿੰਦਾ ਨਹੀਂ, ਇਹਨੂੰ ਹਰਾਮ ਦੀ ਕਮਾਈ ਹੈ, ਨਹੀਂ ਇਹਦੀ ਖਾਣੀ, ਇਹਦੀ ਨਹੀਂ ਖਾਣੀ। ਅਤੇ ਜੇ ਉਹ 10-20 ਹਜ਼ਾਰ ਗੁਰੂ ਨਾਨਕ ਮੱਥਾ ਟੇਕਦਾ, ਗੁਰੂ ਨਾਨਕ ਉੱਥੇ ਛੱਡ ਆਉਣੇ ਸਨ ਵੀ ਸਾਨੂੰ ਨਹੀਂ ਤੇਰੇ ਪੈਸਿਆਂ ਦੀ ਲੋੜ। ਸਾਡੇ ਵਰਗਿਆਂ ਦਾ ਪਤਾ ਨਹੀਂ, ਦੇ ਜਾਓਗੇ ਅਸੀਂ ਬਿਲਡਿੰਗ 'ਤੇ ਲਾ ਦਾਂਗੇ, ਲਓ ਜੀ ਲੰਗਰ 'ਚ ਲਾ ਦਾਂਗੇ। ਹਾਂ ਜੀ, ਸਾਨੂੰ ਕੀ ਪਤਾ ਕਿਹੋ ਜਿਹੀ ਤੁਹਾਡੀ ਕਮਾਈ ਹੈ, ਕਿਹੋ ਜਿਹੀ ਨਹੀਂ ਹੈ। ਤਾਂ ਗੁਰੂ ਮਹਾਰਾਜ ਕਹਿੰਦੇ ਜਿਸ ਸਮੇਂ ਹਰੀ ਜਸ ਕੀਤਾ ਜਾਵੇ, ਅਵਸਰ ਸਮਾਂ, ਜਿਸ ਸਮੇਂ ਹਰੀ ਜਸ ਕੀਤਾ ਜਾਵੇ, ਹਰੀ ਦੇ ਗੁਣ ਯਾਦ ਕੀਤੇ ਜਾਣ, ਉਸ ਸਮੇਂ ਸਮਝੋ ਤੁਸੀਂ ਕਰੋੜਾਂ ਤੀਰਥਾਂ ਦਾ ਇਸ਼ਨਾਨ ਕਰ ਲਿਆ। ਰਸਨਾ ਉਚਰੈ ਗੁਣਵੰਤੀ, ਕੋਇ ਨਾ ਪੁੱਜੈ ਦਾਨ। ਗੁਣਵਾਨ ਗੁਣਵੰਤੀ, ਗੁਣਵਾਨ ਗੁਣਵਾਨ ਰਸਨਾ ਜਦੋਂ ਕਿ ਨਾਮ ਉਚਾਰਨ ਕਰਦੀ ਹੈ ਨਾ, ਇਹਦੇ ਮੁਕਾਬਲੇ 'ਤੇ ਕੋਈ ਦਾਨ ਨਹੀਂ ਪਹੁੰਚਦਾ। ਚਾਹੇ ਕਰੋੜਾਂ ਰੁਪਏ ਦਾ ਦਾਨ ਕਰ ਦਿਓ, ਉਹ ਦਾਨ ਪਰਮਾਤਮਾ ਦੇ ਨਾਮ ਦਾ ਮੁਕਾਬਲਾ ਨਹੀਂ ਕਰਦਾ। ਨਾਮ ਸਭ ਤੋਂ ਉੱਪਰ ਹੈ। ਨਾਮ ਜਿਹੜਾ ਹੈ ਉਹ ਹਰ ਇੱਕ ਧਾਰਮਿਕ ਕਰਮ ਤੋਂ ਉੱਪਰ ਹੈ। ਦੇਖੋ ਸਾਫ਼ ਲਿਖਿਆ ਹੋਇਆ,
ਰਸਨਾ ਉਚਰੈ ਗੁਣਵੰਤੀ। ਗੁਣਵਾਨ ਰਸਨਾ ਜਦੋਂ ਪਰਮਾਤਮਾ ਦਾ ਨਾਮ ਉਚਾਰਨ ਕਰਦੀ ਹੈ ਨਾ, ਕੋਈ ਨਾ ਪੁੱਜੈ ਦਾਨ, ਕੋਈ ਦਾਨ ਉਹਦੇ ਬਰਾਬਰ ਨਹੀਂ ਪਹੁੰਚ ਸਕਦਾ। ਪਰਮਾਤਮਾ ਦੇ ਨਾਮ ਦੇ ਬਰਾਬਰ ਕੋਈ ਦਾਨ ਨਹੀਂ ਪਹੁੰਚ ਸਕਦਾ। ਸਿੱਖ ਧਰਮ ਇਹ ਨਹੀਂ ਕਹਿੰਦਾ ਕਿ ਦਾਨ ਨਾ ਕਰੋ, ਪਰ ਉਹ ਕਹਿੰਦੇ ਨਹੀਂ, ਦਾਨ ਤੋਂ ਵੀ ਵੱਧ ਇੰਪੋਰਟੈਂਟ ਚੀਜ਼ ਜਿਹੜੀ ਪਰਮਾਤਮਾ ਦਾ ਨਾਮ ਜਪਣਾ। ਨਾਮ ਜ਼ਰੂਰ ਜਪਣਾ, ਹਾਂ, ਫਿਰ ਦਾਨ ਕਰੀ ਜਾਓ, ਇਸ਼ਨਾਨ ਕਰੀ ਜਾਓ, ਮਰਜ਼ੀ ਫਿਰ ਕਰੀ ਜਾਓ। ਦ੍ਰਿਸ਼ਟ ਧਾਰ ਮਨ ਤਨ ਵਸੈ, ਦਇਆਲ ਪੁਰਖ ਮਿਹਰਬਾਨ। ਫਿਰ ਪਰਮਾਤਮਾ ਹੈਗਾ ਦਿਆਲੂ, ਉਹ ਹੈਗਾ ਮਿਹਰਬਾਨ, ਉਹ ਹੈਗਾ ਪੁਰਖ, ਉਹ ਹੈਗਾ ਸਭ ਦੇ ਵਿੱਚ ਵਸਦਾ। ਜਦੋਂ ਫਿਰ ਇਹ ਰਸਨਾ ਨਾਮ ਜਪਦੀ ਹੈ ਨਾ, ਦ੍ਰਿਸ਼ਟ ਧਾਰ ਮਨ ਤਨ ਵਸੈ, ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਕੇ ਫਿਰ ਉਸ ਵਿਅਕਤੀ ਦੇ ਮਨ ਅਤੇ ਤਨ ਵਿੱਚ ਵਸ ਜਾਂਦਾ ਹੈ। ਪਰਮਾਤਮਾ ਦੀ ਯਾਦ ਹਿਰਦੇ 'ਚ ਵਸ ਜਾਂਦੀ ਹੈ, ਕਿਉਂਕਿ ਨਾਮ ਜਪਿਆ। ਕਿਸ ਨੇ ਨਾਮ ਜਪਿਆ? ਗੁਣਵੰਤੀ ਨੇ, ਔਗਣਵੰਤੀ ਨੇ ਨਹੀਂ। ਔਗਣਿਆਰੇ ਵੀ ਨਾਮ ਜਪਦੇ ਨੇ, ਉਹ ਨਹੀਂ ਗੱਲ ਬਣਦੀ। ਗੁਰੂ ਮਰ ਗਏ, ਪਹਿਲਾਂ ਔਗਣ ਛੱਡ। ਨਹੀਂ ਤਾਂ ਸੱਜਣ ਠੱਗ ਵੀ ਨਾਮ ਹੀ ਜਪਦਾ ਸੀ। ਉਹ ਕਦੇ ਨਹੀਂ, ਤੂੰ ਠੱਗੀਆਂ ਕਰਦਾ, ਤੇਰਾ ਜਪਿਆ ਹੋਇਆ ਨਾਮ ਕਿਸੇ ਲੇਖੇ ਨਹੀਂ ਹੈਗਾ। ਤੂੰ ਠੱਗੀਆਂ ਛੱਡ। ਉਹਨੇ ਠੱਗੀਆਂ ਛੱਡਤੀਆਂ। ਗੁਰੂ ਮਹਾਰਾਜ ਐਸੀ ਕਿਰਪਾ ਕੀਤੀ, ਬ੍ਰਹਮ ਗਿਆਨੀ ਬਣਾਤਾ, ਅਤੇ ਸਭ ਤੋਂ ਪਹਿਲਾਂ ਉਸ ਨੂੰ ਸਿੱਖ ਧਰਮ ਦਾ ਪ੍ਰਚਾਰਕ ਲਾਇਆ। ਕਿਹਨੂੰ? ਸੱਜਣ ਠੱਗ ਨੂੰ। ਮੁਲਤਾਨ ਦੇ ਇਲਾਕੇ ਦਾ ਸੀ, ਉੱਥੇ ਲਾਇਆ ਸੀ। ਸੋ ਇਸ ਲਈ ਗੁਰੂ ਮਹਾਰਾਜ ਨੂੰ ਕੋਈ ਦੇਰ ਨਹੀਂ ਲੱਗਦੀ ਬ੍ਰਹਮ ਗਿਆਨੀ ਬਣਾਉਣ 'ਚ। ਹਾਂ, ਉਹਨਾਂ ਦੇ ਅੰਦਰ ਕੂੜ ਕਬਾੜੀ ਕੱਢਣਾ। ਜਦੋਂ ਅਗਲੇ ਨੇ ਛੱਡ ਹੀ ਦਿੱਤਾ ਕੂੜ ਕਬਾੜ, ਬਸ ਬਾਕੀ ਜਿਹੜਾ ਰਹਿੰਦਾ ਸੀ ਉਹ ਗੁਰੂ ਮਹਾਰਾਜ ਸਾਫ਼ ਕਰਤਾ। ਸਾਫ਼ ਕਰਕੇ ਬ੍ਰਹਮ ਗਿਆਨੀ ਬਣਾਤਾ। ਸੋ ਰਸਨਾ ਵੀ ਗੁਣਵੰਤੀ ਚਾਹੀਦੀ ਹੈ, ਗੁਣਵਾਨ ਇਨਸਾਨ ਚਾਹੀਦਾ ਹੈ। ਉਹ ਰਸਨਾ ਜਿਹੜਾ ਨਾਮ ਜਪਦਾ ਨਾ, ਕੋਈ ਦਾਨ ਉਸ ਦਾ ਮੁਕਾਬਲਾ ਨਹੀਂ ਕਰ ਸਕਦਾ। ਫਿਰ ਪਰਮਾਤਮਾ ਕਿਰਪਾ ਦ੍ਰਿਸ਼ਟੀ ਕਰਦਾ ਅਤੇ ਫਿਰ ਉਹਦੇ ਮਨ ਅਤੇ ਤਨ 'ਚ ਵਸ ਜਾਂਦਾ ਹੈ। ਜੀਓ ਪਿੰਡ ਧਨ ਤਿਸ ਦਾ, ਹੂੰ ਸਦਾ ਸਦਾ ਕੁਰਬਾਨ। ਮੇਰੀ ਜਿਹੜੀ ਜਿੰਦ ਹੈ, ਮੇਰਾ ਪਿੰਡ, ਮੇਰਾ ਜੋ ਸਰੀਰ ਹੈ, ਧਨ ਜਿਹੜਾ ਮੇਰੇ ਕੋਲ ਧਨ ਹੈ, ਤਿਸ ਦਾ, ਇਹ ਤਾਂ ਉਹਦਾ ਦਾਤੇ ਦਾ ਦਿੱਤਾ ਹੋਇਆ ਹੈ, ਇਹ ਤਾਂ ਉਸਦਾ ਹੈ। ਹਾਂ, ਸਦਾ ਸਦਾ ਕੁਰਬਾਨ। ਮੈਂ ਇਹੋ ਜਿਹੇ ਪਰਮਾਤਮਾ ਦਾ ਸਦਾ ਹੀ ਬਲਿਹਾਰ ਜਾਂਦਾ ਹਾਂ। ਅੱਗੇ ਕਹਿੰਦੇ, ਮਿਲਿਆ ਕਦੇ ਨਾ ਵਿਛੜੈ, ਜੋ ਮੇਲਿਆ ਕਰਤਾਰ। ਦਾਸਾਂ ਕੇ ਬੰਧਨ ਕਟਿਆ, ਸਾਚੈ ਸਿਰਜਨਹਾਰ। ਭੂਲਾ ਮਾਰਗ ਪਾਇਓਨ, ਗੁਣ ਅਵਗੁਣ ਨਾ ਵਿਚਾਰ। ਨਾਨਕ ਤਿਸ ਸ਼ਰਨਾਗਤੀ, ਜੇ ਸਗਲ ਘਟਾਂ ਆਧਾਰ। ਮਿਲਿਆ ਕਦੇ ਨਾ ਵਿਛੜੈ, ਜੋ ਮੇਲਿਆ ਕਰਤਾਰ। ਜਿਸ ਨੂੰ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ ਨਾ, ਉਹ ਕਦੇ ਵਿਛੜਦਾ ਹੀ ਨਹੀਂ। ਕਿਉਂਕਿ ਪਰਮਾਤਮਾ ਜਿਹਦੀ ਬਾਂਹ ਫੜ ਲੈ ਨਾ, ਉਹਦੀ ਛੱਡਦਾ ਨਹੀਂ ਹੈ। ਉਹਦੀ ਬਾਂਹ ਛੱਡਦਾ ਨਹੀਂ, ਜਿਹਦੀ ਬਾਂਹ ਫੜ ਲੈ। ਇਸ ਲਈ ਮਨੁੱਖ ਕਦੇ ਵਿਛੜਦੇ ਨਹੀਂ ਉਸ ਤੋਂ। ਦਾਸਾਂ ਕੇ ਬੰਧਨ ਕਟਿਆ, ਸਾਚੈ ਸਿਰਜਨਹਾਰ। ਪਰਮਾਤਮਾ ਜੋ ਸਿਰਜਨਹਾਰ ਹੈ, ਜੋ ਸਦਾ ਰਹਿਣ ਵਾਲਾ ਹੈ, ਉਹ ਆਪਣੇ ਦਾਸਾਂ ਦੇ ਮੋਹ ਮਾਇਆ ਦੇ ਬੰਧਨ ਹੀ ਕੱਢ ਦਿੰਦਾ ਹੈ। ਇਹ ਬੰਦਾ ਮੋਹ ਮਾਇਆ 'ਚ ਫਸਿਆ ਹੋਇਆ ਹੈ, ਪਰਮਾਤਮਾ ਬੰਧਨ ਹੀ ਕੱਢ ਦਿੰਦਾ, ਮੋਹ ਮਾਇਆ ਤੋਂ ਉੱਪਰ ਕਰ ਦਿੰਦਾ। ਭੂਲਾ ਮਾਰਗ ਪਾਇਓਨ, ਗੁਣ ਅਵਗੁਣ ਨਾ ਵਿਚਾਰ। ਫਿਰ ਜਿਹੜਾ ਭੁੱਲਿਆ ਹੋਇਆ ਹੈ, ਜਿਹੜਾ ਉਹਦੀ ਸ਼ਰਨ 'ਚ ਆ ਉੱਪਰ ਹੈ, ਨਾਨਕ ਤਿਸ ਸ਼ਰਨਾਗਤੀ। ਹਾਂ, ਕਹਿੰਦੇ ਭੂਲਾ ਮਾਰਗ ਪਾਇਓਨ,
ਗੁਣ ਅਵਗੁਣ ਨਾ ਵਿਚਾਰ। ਜਿਹੜਾ ਪਰਮਾਤਮਾ ਦਾ ਦਾਸ ਬਣ ਜਾਂਦਾ ਹੈ, ਉਹਨੂੰ ਪਰਮਾਤਮਾ ਭੁੱਲੇ ਹੋਏ ਨੂੰ ਸਿੱਧੇ ਰਾਹ ਪਾਉਂਦਾ ਹੈ। ਉਹਦੇ ਗੁਣਾਂ ਅਵਗੁਣਾਂ ਦੀ ਵਿਚਾਰ ਨਹੀਂ ਕਰਦਾ। ਜੇ ਕਿਤੇ ਸਾਡੇ ਗੁਣ ਅਵਗੁਣ ਦੀ ਵਿਚਾਰ ਕਰਨ ਲੱਗ ਜੇ ਨਾ, ਸਾਡਾ ਤਾਂ ਕਦੇ ਛੁਟਕਾਰਾ ਹੀ ਨਹੀਂ ਹੋਣਾ। ਸਾਡਾ ਨਹੀਂ ਛੁਟਕਾਰਾ ਹੁੰਦਾ। ਪਰਮਾਤਮਾ ਜਦੋਂ ਬਖਸ਼ਦਾ ਨਾ, ਪਿਛਲੇ ਅਵਗੁਣ ਬਖਸ਼ ਲੈ ਹਰ ਅੱਗੇ ਮਾਰਗ ਪਾਵੇ, ਉਹ ਪਿਛਲੇ ਅਵਗੁਣ ਹੀ ਬਖਸ਼ ਦਿੰਦਾ। ਇਸੇ ਨੂੰ ਉਹਨੂੰ ਬਖਸ਼ਣ ਦੇ ਕਹਿੰਦੇ ਨੇ। ਭੁੱਲਿਆ ਮਾਰਗ ਪਾਇਨ, ਪਰਮਾਤਮਾ ਭੁੱਲੇ ਹੋਏ ਨੇ ਸਿੱਧੇ ਰਾਹ 'ਤੇ ਪਾਉਂਦਾ। ਗੁਣ ਅਵਗੁਣ ਨਾ ਵਿਚਾਰਦੇ, ਗੁਣਾਂ ਅਵਗੁਣਾਂ ਦੀ ਵਿਚਾਰ ਹੀ ਨਹੀਂ ਕਰਦਾ ਹੈਗਾ। ਨਾਨਕ ਤਿਸ ਸ਼ਰਨਾਗਤੀ, ਜੇ ਹੁੰਦਾ ਜਿਹੜਾ ਸਗਲ ਘਟਾਂ ਆਧਾਰ, ਜਿਹੜਾ ਸਾਰੇ ਸਰੀਰਾਂ ਦਾ ਆਧਾਰ ਹੈ। ਘਟ ਸਰੀਰ ਨੂੰ ਕਹਿੰਦੇ ਨੇ। ਜਿਹੜਾ ਸਗਲ ਘਟਾਂ ਆਧਾਰ, ਜਿਹੜਾ ਸਾਰੇ ਸਰੀਰਾਂ ਦਾ ਆਧਾਰ ਹੈ ਨਾ, ਨਾਨਕ ਤਿਸ ਸ਼ਰਨਾਗਤੀ। ਗੁਰੂ ਮਹਾਰਾਜ ਕਹਿੰਦੇ ਅਸੀਂ ਉਹਦੀ ਸ਼ਰਨ ਵਿੱਚ ਹਾਂ। ਅਸੀਂ ਤਾਂ ਪਰਮਾਤਮਾ ਦੀ ਸ਼ਰਨ 'ਚ ਹਾਂ, ਜੋ ਸਾਰੇ ਜੀਵਾਂ ਨੂੰ ਓਟ ਆਸਰਾ ਦੇਣ ਵਾਲਾ ਹੈ। ਸ਼੍ਰੀ ਰਾਗ ਮਹਿਲਾ ਪੰਜਵਾਂ। ਰਸਨਾ ਸੱਚਾ ਸਿਮਰੀਏ, ਮਨ ਤਨ ਨਿਰਮਲ ਹੋਏ। ਮਾਤ ਪਿਤਾ ਸਾਕ ਅਗਲੇ, ਤਿਸ ਬਿਨ ਅਵਰ ਨ ਕੋਏ। ਮਿਹਰ ਕਰੇ ਜੇ ਆਪਣੀ, ਚਸਾ ਨ ਵਿਸਰੈ ਸੋਏ। ਰਸਨਾ ਸੱਚਾ ਸਿਮਰੀਏ। ਰਸਨਾ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ। ਕਈ ਪੁੱਛੀ ਜਾਣਗੇ ਇਹ ਸਿਮਰਨ ਕਿਵੇਂ ਕਰਨਾ ਜੀ? ਬਾਣੀ ਚੱਜ ਨਾਲ ਪੜ੍ਹਨੀ ਨਹੀਂ, ਧਿਆਨ ਨਾਲ ਪੜ੍ਹਨੀ, ਉਂਝ ਫਿਰ ਸਿਮਰਨ ਕਿਵੇਂ ਕਰਨਾ? ਅਦਿਓ ਕਹਿੰਦੇ ਰਸਨਾ ਸੱਚਾ ਸਿਮਰੀਏ। ਰਸਨਾ ਨਾਲ ਸਿਮਰਨ ਕਰੋ, ਵਾਹਿਗੁਰੂ 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 ਕਰੋ। ਹੋਰ ਕਿਆ? ਕਈ ਕੈਂਪ ਲਾ ਲੈਣਗੇ ਜੀ, ਸਿਮਰਕਾਂ ਦੇ ਢੰਗ ਸਿਖਾਉਂਦੇ ਰਹਿੰਦੇ ਨੇ। ਹਾਂਜੀ ਦੱਸ, ਉਹ ਤਾਂ ਸਭ ਬਨਾਵਟੀ ਨੇ। ਤੁਸੀਂ ਦੇਖਿਆ ਨਾ, ਤੁਹਾਡੀ ਮਾਵਾਂ ਵੀ ਬੈਠੀਆਂ, ਜਦ ਤੁਸੀਂ ਬੱਚੇ ਨੂੰ ਪਿਆਰ ਕਰਦੇ ਹੋ, ਮੇਰਾ ਭੋਲੂ, ਮੇਰਾ ਗੋਲੂ, ਮੇਰਾ ਲਾਲ, ਮੇਰਾ ਫਲਾਣਾ, ਕਰਦੇ ਕਿ ਨਹੀਂ? ਕਿਸੇ ਕਿੰਨੀ ਨਾਂ ਰੱਖ ਲੈਂਦੇ ਉਹਦੇ। ਜੇ ਰੱਬ ਨਾ ਪਿਆਰਾ, ਜਿਸ ਨਾਮ ਨਾਲ ਯਾਦ ਕਰ ਲਓ ਉਸੇ ਨਾਲ ਹੀ ਠੀਕ ਹੈ। ਬਸ ਇਹ ਨਾਮਾਂ ਨੂੰਮਾਂ ਦੇ ਚੱਕਰ 'ਚ ਨਹੀਂ ਪੈਣਾ। ਜੇ ਤੁਹਾਨੂੰ ਰਾਮ ਗੁਰਮੰਤਰ ਮਿਲਿਆ, ਰਾਮ ਰਾਮ ਕਰੀ ਜਾਓ। ਵਾਹਿਗੁਰੂ ਮਿਲਿਆ, ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਅੱਲਾ ਮਿਲਿਆ, ਅੱਲਾ ਅੱਲਾ ਕਰੀ ਜਾਓ। ਬਸ ਇਹ ਰਸਨਾ ਨਾਮ ਜਪਦੇ ਹੀ ਰਹਿਣਾ ਹੈ। ਬਸ ਜੇ ਤੁਸੀਂ ਸਿੱਖਣ ਚਲੇ ਗਏ, ਫਿਰ ਕਿਸੇ ਕਹਿੰਦੇ ਜਦੋਂ ਸਾਹ ਲਓ ਕਹੋ ਵਾਹਿਗੁਰੂ, ਜਦੋਂ ਸਾਹ ਬਾਹਰ ਕੱਢੋ ਕਹੋ ਵਾਹਿਗੁਰੂ। ਦੂਜੇ ਕੋਲੇ ਚਲੇ ਗਏ, ਉਹ ਕਹੇ ਸਾਹ ਹੇਠੋਂ ਬਾਹਰ ਨੂੰ ਕੱਢਣਾ, ਅੱਧਾ ਕਹੇ ਵਾਹੇ ਗੁਰੂ ਵਾਹੇ ਗੁਰੂ, ਐਂ ਕਰਨਾ। ਤੀਜਾ ਕਹੂਗਾ ਵਾਹਿਗੁਰੂ 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 ਵਾਹਿਗੁਰੂ, ਐਂ ਕਰਨਾ। ਕਿਹਨੂੰ ਮੰਨੋਗੇ? ਜੋ ਬਾਣੀ ਕਹਿੰਦੀ ਅਸੀਂ ਤਾਂ ਉਹ ਕਰਨਾ। ਹਰ ਕਾ ਬਲੋਵ ਨਾ ਬਲੋਵੋ ਮਿਲੇ ਭਾਈ, ਸਹਿਜ ਬਲੋਵੋ ਜੈਸੇ ਤਤ ਨ। ਸਹਿਜ ਸੁਭਾਅ ਵਾਹਿਗੁਰੂ 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 ਕਰਦੇ ਰਹਿਣਾ। ਬਸ ਤੁਰ ਰਹੇ ਹੋ, ਲੇਟੇ ਹੋਏ ਹੋ, ਬੈਠੇ ਹੋਏ ਹੋ, ਬਸ ਵਾਹਿਗੁਰੂ 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 ਕਰਦੇ ਰਹਿਣਾ। ਸ਼ਰਤ ਇੱਕੋ ਹੈ, ਧਿਆਨ ਨਾਲ ਕਰਨਾ। ਬਸ ਬੇਧਿਆਨੇ ਨਹੀਂ ਹੋਣਾ, ਕਿਉਂਕਿ ਬੇਧਿਆਨੇ ਦੀ ਗੁਰੂ ਨਾਨਕ ਦੀ ਕੋਈ ਕੀਮਤ ਨਹੀਂ ਪਾਉਂਦੇ। ਕਾਜ਼ੀ ਬੇਧਿਆਨਾ ਹੀ ਸੀ ਨਾ, ਕਹਿੰਦੇ ਤੇ ਨਮਾਜ਼ ਹੀ ਨਹੀਂ ਪ੍ਰਵਾਨ ਹੋਈ। ਅਤੇ ਜਿਹੜਾ ਸੀ ਨਵਾਬ, ਉਹ ਵੀ ਬੇਧਿਆਨਾ ਸੀ। ਕਿ ਨਵਾਬ ਜੀ ਤੁਹਾਡੇ ਨਮਾਜ਼ ਹੀ ਨਹੀਂ ਪ੍ਰਵਾਨ ਹੋਈ, ਤੁਹਾਡਾ ਧਿਆਨ ਹੀ ਨਹੀਂ ਸੀ ਨਮਾਜ਼ ਦੇ ਵਿੱਚ। ਬੇਧਿਆਨੀ ਨਹੀਂ, ਧਿਆਨ ਨਾਲ ਚਾਹੇ ਥੋੜ੍ਹੀ ਦੇਰ ਜਪੋ, ਜਿੰਨੀ ਦੇਰ ਵੀ ਜਪੋ ਧਿਆਨ ਨਾਲ ਜਪੋ। ਭਾਵੇਂ ਥੋੜ੍ਹੀ ਦੇਰ ਬਾਣੀ ਪੜ੍ਹੋ, ਜਿੰਨੀ ਦੇਰ ਪੜ੍ਹੋ ਧਿਆਨ ਨਾਲ ਪੜ੍ਹੋ। ਅਬ ਹੁਣ ਤੁਹਾਨੂੰ ਕਿਤਾਬਾਂ ਮਿਲ ਚੱਲੀਆਂ ਨੇ, ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ, ਫਿਰ ਅੱਜ ਬੇਨਤੀ ਕਰਦਾ। ਹਰ ਇੱਕ ਚੀਜ਼ ਪੜ੍ਹਨ ਦਾ ਇੱਕ ਢੰਗ ਹੁੰਦਾ। ਜਿਹਦੇ ਘਰ ਇੱਕ ਸਟੈਂਡ ਹੈ ਨਾ, ਇੱਕ ਸਟੈਂਡ ਹੋਰ ਖਰੀਦ ਲਓ ਬਾਜ਼ਾਰ 'ਚੋਂ।
2 ਸਟੈਂਡ ਤੋਂ ਬਿਨਾਂ ਨਹੀਂ ਸਰੇਗਾ। 2 ਸਟੈਂਡ ਲੈ ਲੈਣੇ, ਇੱਕ ਸਟੈਂਡ 'ਤੇ ਪੋਥੀ ਰੱਖ ਲੈਣੀ ਹੈ, ਇੱਕ ਸਟੈਂਡ 'ਤੇ ਮੇਰੇ ਲਈ ਕਿਤਾਬ ਰੱਖ ਲੈਣੀ। ਇਹਦਾ ਕਿਤਾਬ ਦਾ ਪਹਿਲਾ ਸਫ਼ਾ ਖੋਲ੍ਹਣਾ, ਜਿੱਥੇ ਲਿਖਿਆ ਅੰਗ ਨੰਬਰ 1। ਗੁਰੂ ਗ੍ਰੰਥ ਸਾਹਿਬ ਲਿਖਿਆ ਅੰਗ ਨੰਬਰ 1, ਅੰਗ ਨੰਬਰ 2, ਇਸ ਤਰ੍ਹਾਂ। ਅੰਗ ਨੰਬਰ 1 ਕੱਢ ਲਓ, ਉੱਥੇ ਲਿਖਿਆ ਹੋਇਆ ਇੱਕ ਏਕਾ ਪਾ ਕੇ ਊੜੇ ਦਾ ਮੂੰਹ ਖੁੱਲ੍ਹਾ ਕੀਤਾ, ਅੱਗੇ ਲਿਖਿਆ ਇੱਕ ਓਅੰਕਾਰ ਜਾਂ ਏਕ ਓਅੰਕਾਰ। ਇਹਦੇ 2 ਉਚਾਰਨ ਨੇ। ਭਾਈ ਗੁਰਦਾਸ ਜੀ ਨੇ ਇਹਦਾ ਉਚਾਰਨ ਕੀਤਾ ਏਕ ਓਅੰਕਾਰ। ਅੱਜ ਕੱਲ੍ਹ ਆਮ ਤੌਰ 'ਤੇ ਇੱਕ ਓਅੰਕਾਰ ਚੱਲਦਾ। ਏਕ ਹਿੰਦੀ ਦਾ ਸ਼ਬਦ ਹੈ, ਇੱਕ ਪੰਜਾਬੀ ਦਾ ਸ਼ਬਦ ਹੈ, ਮੀਨਿੰਗ ਇੱਕੋ ਹੀ ਹੈ। ਤੁਹਾਡੀ ਮਰਜ਼ੀ ਹੈ, ਇੱਕ ਓਅੰਕਾਰ ਕਹੋ ਚਾਹੇ ਏਕ ਓਅੰਕਾਰ ਕਹੋ। ਉਹਦੇ ਵਿੱਚ ਨਾ ਓਬਲੀਕ ਪਾਈ ਹੋਈ ਹੈ, ਦੇਖੋ ਧਿਆਨ। ਏਕਾ ਪਾ ਕੇ ਊੜੇ ਦਾ ਮੂੰਹ ਖੁੱਲ੍ਹਾ ਹੈ, ਅੱਗੇ ਫਿਰ ਡੈਸ਼ ਪਾਇਆ, ਉੱਥੇ ਲਿਖਿਆ ਇੱਕ ਓਬਲੀਕ ਏਕ ਓਅੰਕਾਰ। ਸਤਨਾਮ, ਅੱਗੇ ਸਤਨਾਮ ਲਿਖਿਆ, ਸਤੀ ਨਾਮੂ ਹੈ। ਉਂਝ ਕੀ ਲਿਖਿਆ? ਸਤੀ ਨਾਮੂ ਹੈ ਨਾ। ਸੱਸਾ ਤੱਤੇ ਨੂੰ ਸਿਆਰੀ ਨੰਨੇ ਨੂੰ ਕਰਨਾ ਮੰਮੇ ਨੂੰ ਔਂਕੜ। ਉਂਝ ਕੀ ਹੈ? ਕੀ ਪੜ੍ਹੇਗਾ ਕੋਈ ਇਸ ਨੂੰ? ਸਤੀ ਨਾਮੂ ਪੜ੍ਹੇਗਾ? ਨਹੀਂ, ਅੱਗੇ ਲਿਖਿਆ ਇਹਨੂੰ ਪੜ੍ਹਨਾ ਸਤਨਾਮ। ਫਿਰ ਅੱਗੇ ਉਂਝ ਤਾਂ ਲਿਖੇ ਪੁਰਖੂ, ਪੱਪੇ ਨੂੰ ਔਂਕੜ, ਰਾਰਾ ਖੱਕੇ ਨੂੰ ਔਂਕੜ ਨਾ ਗੁਰਬਾਣੀ 'ਚ। ਪੜ੍ਹਨਾ ਕੀ ਹੈ? ਪੁਰਖ, ਐਂ ਲਿਖਿਆ ਅੱਗੇ। ਪਹਿਲਾਂ ਜੋ ਕਿਤਾਬ 'ਚ ਲਿਖਿਆ ਪਹਿਲਾਂ ਉਹਦੇ ਉਚਾਰਨ ਪੜ੍ਹੋ, ਹੇਠਾਂ ਫਿਰ ਔਖੇ ਸ਼ਬਦਾਂ ਦੇ ਅਰਥ ਲਿਖੇ ਨੇ, ਫਿਰ ਉਹ ਪੜ੍ਹੋ। ਜਦੋਂ ਉਚਾਰਨ ਅਤੇ ਅਰਥ ਪੜ੍ਹ ਲਓ, ਫਿਰ ਆਪਣੀ ਪੋਥੀ ਦਾ ਪਹਿਲਾ ਅੰਗ ਪੜ੍ਹੋ। ਧਿਆਨ ਨਾਲ ਪੜ੍ਹਦੇ ਜਾਓ, ਜਿੱਥੋਂ ਕੋਈ ਡਾਊਟ ਹੈ ਵੀ ਇਹਨੂੰ ਕੀ ਬੋਲਣਾ, ਕੀ ਉਚਾਰਨ, ਉੱਥੋਂ ਕਿਤਾਬ ਤੋਂ ਵੇਖ ਲਓ, ਨਾਲ ਹੀ ਖੁੱਲ੍ਹੀ ਹੋਏਗੀ। ਕੋਈ ਮੀਨਿੰਗ ਨਹੀਂ ਆ ਰਿਹਾ, ਔਖਾ ਕੋਈ ਸ਼ਬਦ ਹੈ, ਉੱਥੋਂ ਮੀਨਿੰਗ ਵੇਖ ਲਓ। ਹੋ ਸਕਦਾ ਤੁਹਾਨੂੰ ਇੱਕ ਸਫ਼ੇ 'ਤੇ 10 ਮਿੰਟ ਵੀ ਲੱਗ ਸਕਦੇ ਹਨ। ਪਹਿਲਾਂ ਕਿਤਾਬ ਪੜ੍ਹਨੀ ਹੈ, ਫਿਰ ਇਹ ਪੜ੍ਹਨਾ। ਤੁਸੀਂ 5-6 ਸਫ਼ੇ 1 ਘੰਟੇ 'ਚ ਪੜ੍ਹ ਲਏ, ਬਹੁਤ ਹੈ। ਮਹੀਨੇ 'ਚ 150 ਸਫ਼ਾ ਹੋ ਗਿਆ। 1 ਸਾਲ 'ਚ ਤੁਹਾਡਾ ਸਾਰਾ ਗੁਰੂ ਗ੍ਰੰਥ ਪੂਰਾ ਹੋ ਜਾਏਗਾ। ਤੁਹਾਨੂੰ ਸ਼ੁੱਧ ਵੀ ਹੋ ਜਾਏਗਾ ਤੁਹਾਡਾ ਪਾਠ, ਅਤੇ ਬਹੁਤ ਸਾਰੇ ਤੁਹਾਨੂੰ ਅਰਥ ਵੀ ਆ ਜਾਣਗੇ। ਤੁਹਾਨੂੰ ਬਾਣੀ ਪੜ੍ਹਨ ਤੋਂ ਬਾਅਦ ਫਿਰ ਆਨੰਦ ਆਵੇਗਾ, ਕਿਉਂਕਿ ਸਮਝ ਆ ਰਹੀ ਹੋਵੇਗੀ। ਉਂਝ ਨਹੀਂ ਵੀ ਜਿੱਥੇ ਲੋੜ ਹੈ ਉੱਥੇ ਖੋਲ੍ਹ ਲਾਂਗੇ। ਲੋੜ ਹੀ ਲੋੜ ਹੈ। ਕੋਈ ਆਪਣੇ ਆਪ ਨੂੰ ਸਮਝੇ ਨਾ ਵੀ ਮੈਨੂੰ ਆਉਂਦੀ ਹੈ ਬਾਣੀ, ਇਸ ਭੁਲੇਖੇ 'ਚ ਨਹੀਂ ਰਹਿਣਾ। ਇਸ ਭੁਲੇਖੇ 'ਚ ਨਹੀਂ ਰਹਿਣਾ ਕਿ ਮੈਨੂੰ ਬਾਣੀ ਆਉਂਦੀ ਹੈ। ਇਸ ਭੁਲੇਖੇ 'ਚ ਮੈਂ ਵੀ ਨਹੀਂ, ਕਿਤੇ ਤੁਸੀਂ ਭੁਲੇਖੇ 'ਚ ਰਹੋ। ਮੈਂ ਤਾਂ ਪਤਾ ਨਹੀਂ ਕਿੰਨੇ ਕੁ ਵਾਰ ਗੁਰੂ ਗ੍ਰੰਥ ਸਾਹਿਬ ਮੇਰੇ ਘੱਟ ਤੋਂ ਘੱਟ 150 ਵਾਰ ਪੜ੍ਹ ਲਿਆ ਹੁਣ। ਅਜੇ ਵੀ ਮੈਂ ਦਾਅਵੇ ਨਾਲ ਨਹੀਂ ਕਹਿ ਸਕਦਾ ਜਿਹੜੀ ਕਿਤਾਬ ਲਿਖੀ ਹੈ 100% ਦੀ ਮੈਨੂੰ ਠੀਕ ਕਹਿਣਾ। ਹਾਂਜੀ, ਪਰ ਜਿੰਨੀ ਦਾਤੇ ਨੇ ਬਖਸ਼ਿਸ਼ ਕੀਤੀ ਉਹ ਬੜੀ ਵੱਡੀ, ਮੈਂ ਕਹਿੰਦਾ ਦਾਤੇ ਨੇ ਬਹੁਤ ਵੱਡੀ ਸੇਵਾ ਲੈ ਲਈ ਹੈ। ਬਹੁਤ ਵੱਡੀ ਕਿਤਾਬ ਹੈ, 1000 ਸਫ਼ੇ ਦੀ ਕਿਤਾਬ ਹੈ, ਕਿੰਨੀ ਵੱਡੀ ਚੌੜੀ ਹੈ। ਕੋਸ਼ਿਸ਼ ਕੀਤੀ ਗਈ ਹੈ। ਪਹਿਲੀ ਕਿਤਾਬ ਜਿਹੜੀਆਂ ਗਲਤੀਆਂ ਸਨ ਇਸ ਦੇ ਵਿੱਚੋਂ ਕੱਢ ਦਿੱਤੀਆਂ ਗਈਆਂ ਨੇ। ਹਾਂਜੀ, ਤਾਂ ਹੁਣ ਪਹਿਲੀ ਕਿਤਾਬ ਪੜ੍ਹਨ ਦੀ ਤੁਹਾਨੂੰ ਲੋੜ ਨਹੀਂ ਹੈਗੀ, ਉਹ ਤੁਹਾਨੂੰ ਲੋੜ ਨਹੀਂ। ਹੁਣ ਇਹ ਨਵੀਂ ਕਿਤਾਬ ਪੜ੍ਹੋ, ਮਿਹਨਤ ਕਰੋ। 1 ਘੰਟਾ ਜ਼ਰੂਰ ਆਪਣੀ ਜ਼ਿੰਦਗੀ 'ਚੋਂ ਕੱਢੋ ਕਿ ਮੈਂ ਜਿਹੜਾ ਹੈ ਇਸ ਤਰ੍ਹਾਂ ਪਾਠ ਕਰਨਾ, ਬਸ। ਫਿਰ ਹੌਲੀ ਹੌਲੀ ਆਪੇ ਹੀ ਆਨੰਦ ਆਉਣ ਲੱਗ ਜਾਏਗਾ। ਸੋ ਜ਼ਰੂਰ ਜਿਹਨੂੰ ਵੀ ਪਾਠ ਆਉਂਦਾ ਉਹ ਜ਼ਰੂਰ ਉਹ ਕਿਤਾਬ ਲਓ। ਹਾਂਜੀ, ਕਈ ਵਾਰੀ ਫਿਰ ਸਰੀਰ ਹੀ ਨਹੀਂ ਰਹਿੰਦੇ ਅਤੇ ਮਗਰੋਂ ਪਛਤਾਵਾ ਰਹਿੰਦਾ, ਯਾਰ ਸਰੀਰ ਵੀ ਨਹੀਂ ਰਿਹਾ ਅਤੇ ਕਿਤਾਬ ਵੀ ਨਹੀਂ ਰਹੀ। ਇਸ ਲਈ ਕੀ ਪਤਾ ਕਿੰਨੇ ਦਿਨ ਜਿਉਣਾ, ਕਿੰਨੇ ਦਿਨ ਨਹੀਂ ਜਿਉਣਾ। ਮੈਨੂੰ ਤਾਂ ਇਹੀ ਚਿੰਤਾ ਸੀ ਵੀ ਇਹ ਕਿਸੇ ਤਰ੍ਹਾਂ ਪੂਰੀ ਹੋ ਜਾਏ। ਹਾਂ, ਕਿਉਂ ਕੋਈ ਦੇਖੋ ਜੀ, ਜੀਵਨ ਦੀ ਕੋਈ ਗਰੰਟੀ ਤਾਂ ਕੋਈ ਨਹੀਂ, ਨਾ ਤੁਹਾਡੀ ਨਾ ਮੇਰੀ। ਮੈਂ ਨਾਲ ਸੋਚਦਾ ਸੀ, ਮੈਂ ਦੇਖ ਦਾਤੇ ਨੇ ਨਾ ਬੁਢਾਪੇ 'ਚ ਜਾ ਕੇ ਸੇਵਾ ਲੈਣੀ ਸੀ। ਬੁਢਾਪੇ 'ਚ ਜਾ ਕੇ ਸੇਵਾ ਲਈ ਹੈ। ਜੋ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਉਹਨੂੰ ਮੈਂ ਪੈਸੇ ਦੇਤੇ ਵੀ ਆ ਚੱਕ। ਹੁਣ ਜਿੱਦਾਂ ਉਹਦਾ 2.5 ਲੱਖ ਬਣਦਾ ਸੀ, ਉਹ ਕਹਿੰਦਾ ਜੀ ਤੁਸੀਂ ਬੜੀ ਜ਼ਬਰਦਸਤ ਕਿਤਾਬ ਲਿਖੀ ਹੈ। ਕਹਿੰਦਾ ਮੈਂ 50,000 ਆਪਣੇ ਕੋਲੋਂ ਪਾਉਣਾ, ਤੁਸੀਂ ਮੈਨੂੰ 2 ਲੱਖ ਦੇ ਦਿਓ ਬਸ।
1000 ਕਿਤਾਬ ਉਹਨੇ ਛਾਪੀ। ਕਾਗਜ਼ ਵੇਖਣ ਨਾਲ ਬਹੁਤ ਸੋਹਣਾ ਕਾਗਜ਼ ਲਾਇਆ ਹੋਇਆ ਉਸਨੇ, ਬਹੁਤ ਸੋਹਣੀ ਪ੍ਰਿੰਟ ਕੀਤੀ ਹੋਈ ਹੈ। ਜਿਉਂਦੇ ਵਾਸਤੇ ਰਹਿਣ ਪਾਈ ਉਹ। ਸ਼ੱਕ ਨਹੀਂ ਰਹਿੰਦਾ ਹਾਂਜੀ, ਹੁਣ ਪੜ੍ਹ ਲਈਏ ਉਹਦੇ ਨਾਲ ਪਾਠ ਕਰੀਏ ਕੰਪੇਅਰ, ਜਿੱਦਾਂ ਤੁਸੀਂ ਕੋਈ ਸ਼ੱਕ ਨਹੀਂ ਪੈਂਦਾ। ਹਰ ਕੋਈ ਉਹੀ ਹੈ ਮਤਲਬ ਮੀਨਿੰਗ ਵੀ ਆ ਜਾਂਦੇ ਨੇ। ਉਹ ਜਿੰਨਾ ਵੀ 1-2 ਸਫ਼ਾ ਵੀ ਪੜ੍ਹਿਆ ਹੁਣ ਤੱਕ ਪੜ੍ਹ ਲਿਆ, ਉਹ ਸਾਰੇ ਮੈਨੂੰ ਕਹਿੰਦੇ ਬਾਬਾ ਜੀ ਆਹ ਤਾਂ ਬਹੁਤ ਵਧੀਆ ਤੁਸੀਂ ਕਿਤਾਬ ਲਿਖਤੀ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਆਪਾਂ ਲਾਭ ਉਠਾਈਏ। ਗੁਰੂ ਮਹਾਰਾਜ ਪ੍ਰਸੰਨ ਹੋਣਗੇ ਬਾਣੀ ਜਦੋਂ ਆਪਾਂ ਬਾਣੀ ਦੇਖੋ। ਜੋ ਸਾਡੇ ਪਾਠੀ 4-5 ਸਾਡੇ ਪਾਠੀ ਨੇ, ਬੜੀ ਪਿਆਰੀ ਆਵਾਜ਼ ਹੈ ਉਹਨਾਂ ਦੀ। ਉਹਨਾਂ ਚਲੇ ਗਏ ਚੰਡੀਗੜ੍ਹ ਸੁਖਣੀ ਸਦਾ ਪਾਠ ਕਰਨ। ਉਹ ਸਾਡਾ ਆਪਣਾ ਕੋਈ ਸਤਸੰਗੀ ਸੋ ਨਾ ਲੈ ਗਿਆ, ਉੱਥੇ ਸਾਡੇ ਰਿਸ਼ਤੇਦਾਰਾਂ ਨੇ ਕਰਨਾ ਹੈ। ਉਹ ਪਾਠ ਸੁਣ ਕੇ ਇੰਨੇ ਪ੍ਰਸੰਨ ਹੋਏ। ਦੇਖੋ ਉਹੀ ਤਾਂ ਨਾ 500-500 ਲੈਣਾ ਸੀ ਦੋਨਾਂ ਪਾਠੀਆਂ ਨੇ, ਉਹਨਾਂ 15,000 ਰੁਪਈਆ ਉਹਨਾਂ ਨੂੰ ਦੇਤਾ ਖੁਸ਼ ਹੋ ਕੇ। ਕਹਿੰਦੇ ਸਾਨੂੰ ਤਾਂ ਆਨੰਦ ਆ ਗਿਆ ਪਾਠ ਸੁਣ ਕੇ। ਉਹ ਕਹਿੰਦੇ ਜੀ ਸਾਡੇ ਤਾਂ 500-500 ਭੇਟ ਹੈ। ਕਹਿੰਦੇ ਨਹੀਂ, ਅਸੀਂ ਖੁਸ਼ੀ ਨਾਲ 15,000 ਤੁਹਾਨੂੰ ਦੇ ਰਹੇ ਹਾਂ। ਸਵਾਦ ਆਇਆ ਨਾ। ਸ਼ੁੱਧ ਪਾਠ ਕੀਤੇ। ਆਪਣੀ ਇੱਕ ਬੀਬੀ ਗਈ 21 ਬੀਆਂ ਦੀ ਕਿਰਾਏਦਾਰ ਸੀ ਜੀ। ਉਹ ਕਨੇਡਾ ਚਲੀ ਗਈ ਜੀ। ਹਾਂਜੀ, ਭੁਪਿੰਦਰ ਕੌਰ। ਪਾਠ ਵੀ ਵਧੀਆ ਅਤੇ ਆਵਾਜ਼ ਵੀ ਵਧੀਆ ਅਤੇ ਆਪ ਵੀ ਵਧੀਆ। ਤਿੰਨੋਂ ਗੱਲਾਂ ਹੀ ਵਧੀਆ। ਬੇਬੀ ਵੀ ਸੋਹਣੀ, ਆਵਾਜ਼ ਵੀ ਸੋਹਣੀ ਅਤੇ ਪਾਠ ਵੀ ਵਧੀਆ। ਕਮੇਟੀ ਵਾਲੇ ਕਹਿੰਦੇ ਭਾਈ ਕਿਸੇ ਨੂੰ ਪਾਠ ਆਉਂਦਾ ਸੀ ਰੌਲ ਲਾਉਣੀ, ਕਿ ਹਾਂ ਮੈਨੂੰ ਆਉਂਦਾ ਜੀ। ਕਹਿੰਦੇ ਫਿਰ ਲਾਇਓ ਸ਼ਾਮ ਨੂੰ ਰੌਲ। ਸਾਰੀ ਕਮੇਟੀ ਬੈਠੀ ਸੁਣਨ। ਜਦੋਂ ਪਾਠ ਸੁਣਨ ਕਹਿੰਦੇ ਬੇਬੀ ਰੂਹ ਖੁਸ਼ ਹੋ ਗਈ ਪਾਠ ਸੁਣ ਕੇ। ਕਿੱਥੋਂ ਤੂੰ ਸਿੱਖਿਆ ਪਾਠ? ਚਲੋ ਉਹਨੇ ਦੱਸਿਆ ਮੇਰੇ ਬਾਰੇ ਵੀ ਐ ਮੈਂ ਪੜ੍ਹ ਸੀਗਾ। ਕਹਿੰਦੇ ਬੀਬੀ ਆਨੰਦ ਆ ਗਿਆ ਅੱਜ ਪਾਠ ਸੁਣ ਕੇ। ਤਾਂ ਫਿਰ ਸੁਣਾਉਣ ਵਾਲੇ ਨੂੰ ਕਿੰਨੀ ਖੁਸ਼ੀ ਹੋਈ ਹੋਗੀ, ਇਹ ਤੁਸੀਂ ਆਪ ਅੰਦਾਜ਼ਾ ਲਾ ਲਓ। ਅਤੇ ਜੇ ਲੋਕ ਖੁਸ਼ ਨੇ, ਗੁਰੂ ਮਹਾਰਾਜ ਕਿਉਂ ਨਹੀਂ ਖੁਸ਼ ਹੋਣਗੇ? ਆਪ ਹੀ ਤੁਸੀਂ ਸੋਚੋ। ਤੁਹਾਡੇ ਵਿੱਚ ਹੀ ਗੁਰੂ ਬੈਠੇ ਨਾ। ਗੁਰੂ ਮਹਾਰਾਜ ਕੋ ਅੱਡ ਨਹੀਂ ਬੈਠੇ, ਸਾਡੇ ਵਿੱਚ ਹੀ ਬੈਠੇ ਨੇ। ਤੁਸੀਂ ਪਾਠ ਸੁਣ ਕੇ ਤੁਹਾਡਾ ਮਨ ਖੁਸ਼ ਹੈ ਅਤੇ ਗੁਰੂ ਤੁਹਾਡੇ ਵਿੱਚ ਬੈਠਾ ਹੈ ਅਤੇ ਉਹ ਵੀ ਖੁਸ਼ ਨੇ। ਬਸ ਇਸੇ ਜਦੋਂ ਪਾਠ ਕਰੋ ਪਿਆਰ ਨਾ ਕਰੋ। ਚਲੋ ਆਵਾਜ਼ ਤਾਂ ਕੁਦਰਤ ਵੱਲੋਂ ਮਿਲੀ ਹੈ, ਉਸ 'ਤੇ ਸਾਡਾ ਕੋਈ ਜ਼ੋਰ ਨਹੀਂ ਚੱਲਦਾ, ਪਰ ਅਸੀਂ ਸ਼ੁੱਧ ਅਤੇ ਐਂ ਨਖੇੜ ਕੇ ਤਾਂ ਪਾਠ ਕਰ ਸਕਦੇ ਹਾਂ ਵੀ ਕਿੱਥੇ ਲਾਈਨ 'ਚ ਕੌਮਾ ਲਾਉਣਾ ਹੈ। ਇਹ ਸਾਨੂੰ ਗਿਆਨ ਹੋਣਾ ਚਾਹੀਦਾ ਕਿ ਲਾਈਨ ਦੇ ਵਿੱਚ ਰੁਕਣਾ ਕਿੱਥੇ ਹੈ। ਜਦੋਂ ਪਾਠ ਸ਼ੁੱਧ ਹੋ ਜਾਏ, ਨਾਲ ਠੀਕ ਥਾਂ 'ਤੇ ਰੁਕਣਾ ਆ ਜਾਏ, ਜਿਹੜਾ ਪਾਠ ਤੁਹਾਡਾ ਸੁਣ ਰਿਹਾ ਨਾ ਉਹਨੂੰ ਵੈਸੇ ਹੀ ਸਮਝਾਉਣਾ ਸ਼ੁਰੂ ਹੋ ਜਾਂਦਾ। ਉਹਨੂੰ ਵੈਸੇ ਹੀ ਸਮਝਾਉਣਾ ਸ਼ੁਰੂ ਹੋ ਜਾਂਦਾ। ਸੰਧੂ ਸਾਹਿਬ ਦਾ ਕਦੇ ਪਾਠ ਸੁਣਿਆ ਕਰੋ, ਆਉਂਦਾ ਨਾ ਸਮਝ ਜੇਲ੍ਹ ਵਾਲੇ ਦਾ। ਇੱਕ ਸ਼ਬਦ ਦੀ ਸਮਝ ਆਉਂਦੀ ਵੀ ਹਾਂ ਅਗਲੇ ਮਿਹਨਤ ਕੀਤੀ ਹੋਈ ਹੈ। ਮਿਹਨਤ ਐਵੇਂ ਨਹੀਂ ਜਾਂਦੀ, ਫਲ ਲਿਆਉਂਦੀ ਹੈ। ਸੋ ਗੁਰੂ ਮਹਾਰਾਜ ਕਿਰਪਾ ਕਰਨ। ਗੁਰੂ ਮਹਾਰਾਜ ਕਹਿੰਦੇ ਮਿਲਿਆ ਕਦੇ ਨਾ ਵਿਛੜੈ ਜੋ ਮੇਲਿਆ ਕਰਤਾਰ। ਜਿਸ ਨੂੰ ਪਰਮਾਤਮਾ ਆਪਣੇ ਨਾਲ ਮਿਲਾ ਲੈਣਾ ਕਦੇ ਨਹੀਂ ਵਿਛੜਦਾ। ਦਾਸਾਂ ਕੇ ਬੰਧਨ ਕੱਟਿਆ ਸਾਚੈ ਸਿਰਜਣਹਾਰ। ਪਰਮਾਤਮਾ ਆਪਣੇ ਦਾਸਾਂ ਦੇ ਬੰਧਨ ਹੀ ਕੱਟ ਦਿੰਦਾ ਹੈ। ਭੂਲਾ ਮਾਰਗ ਪਾਇਓਨ ਗੁਣ ਅਵਗੁਣ ਨਾ ਵਿਚਾਰ। ਜਿਹੜਾ ਉਹਦਾ ਦਾਸ ਬਣ ਜਾਂਦਾ ਨਾ, ਉਹ ਭੁੱਲੇ ਨੂੰ ਸਿੱਧੇ ਰਾਹ ਪਾਉਂਦਾ। ਫਿਰ ਪਰਮਾਤਮਾ ਉਹਦੇ ਗੁਣਾਂ ਅਵਗੁਣਾਂ ਦੀ ਵਿਚਾਰ ਨਹੀਂ ਕਰਦਾ। ਨਾਨਕ ਤਿਸ ਸ਼ਰਨਾਗਤੀ ਜੇ ਸਗਲ ਘਟਾਂ ਆਧਾਰ। ਜਿਹੜੇ ਸਾਰੇ ਸਰੀਰਾਂ ਦਾ ਆਧਾਰ ਹੈ, ਕਹਿੰਦੇ ਮੈਂ ਉਹਦਾ ਜਿਹੜਾ ਹੈ ਉਸ ਦੀ ਸ਼ਰਨ ਵਿੱਚ ਹਾਂ। ਸ਼੍ਰੀ ਰਾਗ ਮਹਿਲਾ ਪੰਜਵਾਂ। ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ। ਮਾਤ ਪਿਤਾ ਸਾਕ ਅਗਲੇ ਤਿਸ ਬਿਨ ਅਵਰ ਨ ਕੋਏ। ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਏ। ਰਸਨਾ ਸੱਚਾ ਸਿਮਰੀਐ, ਪਤਾ ਲੱਗ ਰਿਹਾ ਕਿੱਥੇ ਰੁਕਣਾ। ਇਹ ਵੀ ਨਾਲ ਖਿਆਲ ਕਰਨਾ ਵੀ ਬਾਬਾ ਜੀ ਕਿੱਥੇ ਰੁਕਦੇ ਨੇ। ਇਹਦਾ ਮਤਲਬ ਲਾਈਨ 'ਚ ਉੱਥੇ ਹੀ ਰੁਕਣਾ। ਹਾਂਜੀ, ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ। ਜਦੋਂ ਅਸੀਂ ਰਸਨਾ ਦੇ ਨਾਲ ਪਰਮਾਤਮਾ ਦਾ ਸਿਮਰਨ ਕਰਦੇ ਨਾ, ਮਨ ਅਤੇ ਤਨ ਨਿਰਮਲ ਹੋ ਜਾਂਦੇ। ਬਸ
ਇਹਨੂੰ ਹੀ ਨਿਰਮਲ ਕਰਨਾ। ਜਦੋਂ ਮਨ ਨਿਰਮਲ ਹੋ ਗਿਆ, ਤਨ ਆਪੇ ਨਿਰਮਲ ਹੋ ਜਾਂਦਾ। ਤੁਸੀਂ ਕਹੋ ਤਨ ਨਿਰਮਲ ਹੋ ਜਾਂਦਾ। ਤਨ ਦੇ ਵਿੱਚ ਨਾ 5-6 ਚੀਜ਼ਾਂ ਨੇ। ਇੱਕ ਅੱਖਾਂ ਨੇ, ਦੂਜੇ ਕੰਨ ਨੇ, ਤੀਜਾ ਮੂੰਹ ਹੈ, ਚੌਥੇ ਹੱਥ ਨੇ, ਪੰਜਵੇਂ ਪੈਰ ਨੇ। ਇਹ ਪੰਜੇ ਹੀ ਪਵਿੱਤਰ ਹੋ ਜਾਂਦੇ ਨੇ। ਮਨ ਪਵਿੱਤਰ ਹੋ ਗਿਆ, ਅੱਖਾਂ ਪਵਿੱਤਰ ਹੋ ਜਾਂਦੀਆਂ। ਫਿਰ ਜਿਹਦੇ ਵੱਲ ਤੁਸੀਂ ਤੱਕੋਗੇ ਨਾ, ਉਹ ਮਾੜਾ ਨਹੀਂ ਸਮਝੇਗਾ ਤੁਹਾਨੂੰ। ਉਹ ਹੋਰ ਤੱਕੋਗੇ, ਅਗਲਾ ਜੁੱਤੀ ਲਾ ਲਏਗਾ, ਸਲੀਪਰ ਲਾ ਲਏਗਾ। ਦੱਸਦੀ ਹਾਂ ਮੈਂ ਤੈਨੂੰ ਕਿਵੇਂ ਦੇਖਦਾ ਤੂੰ। ਸਮਝੇ ਨਾ ਗੱਲ? ਮਨ ਪਵਿੱਤਰ ਹੈ, ਇਸ ਲਈ ਅੱਖਾਂ ਪਵਿੱਤਰ ਨੇ। ਅੱਖਾਂ ਮਾੜੇ ਤਰੀਕੇ ਨਾਲ ਦੇਖਣਗੀਆਂ ਨਹੀਂ, ਦੇਖਣਗੀਆਂ ਨਹੀਂ। ਕੰਨ ਮਾੜੀ ਗੱਲ ਸੁਣਨਗੇ ਹੀ ਨਹੀਂ, ਉਹਨੂੰ ਪਸੰਦ ਹੀ ਨਹੀਂ ਆਉਣੀ, ਉਹਨੂੰ ਚੰਗਾ ਹੀ ਨਹੀਂ ਲੱਗਣਾ। ਮੁੱਖ ਨਾਲ ਕੋਈ ਬਕਵਾਸ ਨਹੀਂ ਕਰੇਗਾ, ਗਾਲਾਂ ਨਹੀਂ ਕੱਢੇਗਾ, ਨਿੰਦਿਆ ਨਹੀਂ ਕਰੇਗਾ, ਅਬਰ ਤਬਾ ਨਹੀਂ ਬੋਲੇਗਾ। ਹੱਥਾਂ ਨਾਲ ਕੋਈ ਮਾੜਾ ਕੰਮ ਨਹੀਂ ਕਰੇਗਾ, ਪੈਰਾਂ ਨਾਲ ਮਾੜੇ ਪਾਸੇ ਨਹੀਂ ਜਾਵੇਗਾ। ਸਮਝੋ ਸਾਰਾ ਸਰੀਰ ਪਵਿੱਤਰ ਹੋ ਗਿਆ। ਕਿਉਂ? ਮਨ ਪਵਿੱਤਰ ਹੋ ਗਿਆ। ਜਦੋਂ ਮਨ ਪਵਿੱਤਰ ਹੋ ਜਾਏ, ਸਰੀਰ ਦਾ ਇੱਕ ਇੱਕ ਅੰਗ ਆਪਣੇ ਆਪ ਪਵਿੱਤਰ ਹੋ ਜਾਂਦਾ। ਅਤੇ ਮਨ ਕਿਵੇਂ ਪਵਿੱਤਰ ਹੋਏਗਾ? ਰਸਨਾ ਸੱਚਾ ਸਿਮਰੀਏ। ਬਸ ਰਸਨਾ ਦੇ ਨਾਲ, ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਮਨ ਤਨ ਨਿਰਮਲ ਹੋਏ। ਮਨ ਅਤੇ ਤਨ ਦੋਨੋਂ ਪਵਿੱਤਰ ਹੋ ਜਾਂਦੇ ਹਨ। ਮਾਤ ਪਿਤਾ ਸਾਕ ਅਗਲੇ, ਅਗਲੇ ਹੁੰਦਾ ਬਹੁਤ। ਤਿਸ ਬਿਨ ਵਰਨਾ ਕੋਈ। ਮਾਤਾ ਹੋਵੇ, ਪਿਤਾ ਹੋਵੇ, ਬਹੁਤ ਰਿਸ਼ਤੇਦਾਰ ਹੋਣ, ਤਿਸ ਬਿਨ ਵਰਨਾ ਕੋਈ। ਪਰਮਾਤਮਾ ਤੋਂ ਬਿਨਾਂ ਕੋਈ ਇਹਨਾਂ ਦੇ ਮੁਕਾਬਲੇ ਦਾ ਨਹੀਂ। ਪਰਮਾਤਮਾ ਦਾ ਮੁਕਾਬਲਾ ਇਹ ਨਹੀਂ ਕਰ ਸਕਦੇ। ਜੋ ਪਰਮਾਤਮਾ ਸਾਡੀ ਸਹਾਇਤਾ ਕਰ ਸਕਦਾ, ਇਹ ਨਹੀਂ ਸਾਡੀ ਸਹਾਇਤਾ ਕਰ ਸਕਦੇ। ਮਿਹਰ ਕਰੇ ਜੇ ਆਪਣੀ, ਚਸਾ ਨਾ ਵਿਸਰੈ ਸੋਏ। ਜੇ ਕਿਤੇ ਪਰਮਾਤਮਾ ਆਪਣੀ ਮਿਹਰ ਕਰ ਦੇਵੇ, ਚਸਾ ਹੁੰਦੀ 1 ਸੈਕਿੰਡ, 1 ਸੈਕਿੰਡ ਲਈ ਵੀ ਫਿਰ ਪਰਮਾਤਮਾ ਨਹੀਂ ਭੁੱਲਦਾ, ਜੋ ਕਿਤੇ ਮਿਹਰ ਕਰ ਦੇ। ਅਸੀਂ ਲੱਗੇ ਰਹਿਣਾ, ਕਿਰਪਾ ਉਹਨੇ ਕਰ ਦੇਣੀ ਕਿਸੇ ਨਾ ਕਿਸੇ ਦਿਨ। ਉਹ ਵੇਖਦਾ ਵੀ ਇਹ ਸੱਚੇ ਦਿਲੋਂ ਲੱਗਿਆ ਹੋਇਆ ਹੈ, ਇਹ ਸੱਚੇ ਦਿਲੋਂ ਲੱਗਿਆ, ਮੇਰੇ ਵੱਲ ਨੂੰ ਆ ਰਿਹਾ ਹੈ, ਚਾਹੇ ਕੀੜੀ ਦੀ ਚਾਲ ਹੀ ਆ ਰਿਹਾ ਹੈ। ਇਹ ਮੇਰਾ ਨਾਮ ਜਪਦਾ, ਇਹ ਮੇਰੇ ਵੱਲ ਨੂੰ ਆ ਰਿਹਾ ਹੈ। ਜਦੋਂ ਪਰਮਾਤਮਾ ਨੂੰ ਵਿਸ਼ਵਾਸ ਹੋ ਜਾਂਦਾ ਨਾ, ਇਹ ਮੇਰੇ ਵੱਲ ਆ ਰਿਹਾ, ਤਾਂ ਫਿਰ ਭਾਈ ਗੁਰਦਾਸ ਜੀ ਕਹਿੰਦੇ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਹਾਂ, ਗੁਰੂ ਮਹਾਰਾਜ ਅੱਗੇ ਆ ਜਾਂਦੇ ਲੈਣ ਵੀ। ਹਾਂ, ਜੀ ਆਇਆਂ ਨੂੰ ਭਾਈ, ਆਓ ਜੀ ਆਇਆਂ ਨੂੰ। ਹਾਂਜੀ, ਪੰਚਮ ਪਾਤਸ਼ਾਹ ਦੇਖਿਆ ਵੀ ਸੰਗਤ ਬਹੁਤ ਦੂਰੋਂ ਪੈਦਲ ਆ ਰਹੀ ਹੈ, ਅਤੇ ਉਹਨਾਂ ਧੁਰ ਨਹੀਂ ਅੰਮ੍ਰਿਤਸਰ ਪਹੁੰਚ ਸਕਣਾ, ਰਾਹ 'ਚ ਉਹਨਾਂ ਨੂੰ ਠਹਿਰਨਾ ਪੈਣਾ। ਦੇਖਿਆ ਵੀ ਫਲਾਣੇ ਪਿੰਡ 'ਚ ਠਹਿਰ ਗਏ ਨੇ। ਮਾਤਾ ਗੰਗਾ ਜੀ ਨੂੰ ਕਹਿੰਦੇ, ਆਪਣੀ ਸਪਤਰੀ ਨੂੰ ਕਹਿੰਦੇ, ਤੁਸੀਂ ਵੀ ਭੇਸ ਬਦਲ ਲਓ। ਅਤੇ ਗੁਰੂ ਮਹਾਰਾਜ ਨੇ ਵੀ ਭੇਸ ਬਦਲ ਲਿਆ। ਇੱਕ ਨੇ ਦਾਲ ਚੱਕ ਲਈ ਹੈ ਸਿਰ 'ਤੇ, ਅਤੇ ਇੱਕ ਨੇ ਰੋਟੀਆਂ ਦਾ ਟੋਕਰਾ ਚੱਕ ਲਿਆ ਹੈ। ਉਹ ਸੰਗਤ ਨੂੰ ਜਾ ਕੇ ਉੱਥੇ ਛਕਾਇਆ ਹੈ। ਫਿਰ ਮਾਤਾ ਗੰਗਾ ਜੀ ਜਿਹੜੀ ਬਜ਼ੁਰਗ ਔਰਤਾਂ ਸਨ, ਤੁਰ ਤੁਰ ਕੇ ਥੱਕ ਗਈਆਂ ਸਨ, ਉਹਨਾਂ ਦੀ ਲੱਤਾਂ ਘੁੱਟਣ ਲੱਗ ਪਏ। ਗੁਰੂ ਮਹਾਰਾਜ ਆ ਬਜ਼ੁਰਗ ਬੰਦੇ ਜਿਹੜੇ ਸਨ ਥੱਕ ਗਏ, ਉਹਨਾਂ ਦੀ ਲੱਤਾਂ ਘੁੱਟਦੇ ਰਹੇ ਕਿੰਨੀ ਦੇਰ। ਫਿਰ ਕਿਉਂਕਿ ਉਹ ਥੱਕੇ ਟੁੱਟੇ ਆਏ ਸਨ, ਉਹ ਫਿਰ ਸੌਂ ਗਏ, ਅਤੇ ਇਹ ਦੋਨੋਂ ਮੀਆਂ ਬੀਬੀ ਵਾਪਸ ਆ ਗਏ। ਅਗਲੇ ਦਿਨ ਸੰਗਤ ਸਵੇਰੇ ਸੰਗਤ ਵੀ ਪਹੁੰਚ ਗਈ। ਸਰੋਵਰ 'ਚ ਨਹਾ ਧੋ ਕੇ, ਲੰਗਰ ਪਾਣੀ ਛਕ ਕੇ ਗੁਰੂ ਮਹਾਰਾਜ ਦੀ ਸੰਗਤ 'ਚ ਆ ਗਏ। ਕੋਈ ਨਾ ਕੋਈ ਪਹਿਚਾਣ ਲੈਂਦਾ। ਜਦੋਂ ਨਾ ਦੇਖਿਆ ਵੀ ਉਹ ਇਹ ਤਾਂ ਉਹੀ ਨੇ ਜਿਹੜੇ ਸਾਡੇ ਰਾਤੀ ਲੱਤਾਂ ਘੁੱਟਦੇ ਰਹੇ, ਨਾਲੇ ਰੋਈ ਜਾਣ ਅਤੇ ਨਾਲੇ ਮਾਫੀਆਂ ਮੰਗੀ ਜਾਣ, ਸੱਚੇ ਪਾਤਸ਼ਾਹ ਸਾਡੇ ਤੋਂ ਬੜੀ ਭਾਰੀ ਗਲਤੀ ਹੋ ਗਈ ਹੈ। ਉਹ ਕਹਿੰਦੇ, ਨਹੀਂ ਭਾਈ, ਤੁਹਾਡੇ ਤੋਂ ਕਾਹਦੀ ਗਲਤੀ ਹੋਈ ਹੈ? ਅਸੀਂ ਸੋਚਿਆ ਵੀ ਤੁਸੀਂ ਬਹੁਤ ਦੂਰੋਂ ਤੁਰ ਕੇ ਆਏ ਹੋ, ਥੱਕੇ ਟੁੱਟੇ ਹੋ, ਅਤੇ ਅਸੀਂ ਜਿਹੜੇ ਤੁਹਾਡੀ ਸੇਵਾ ਕਰਤੀ ਹੈ। ਗਏ ਨਾ ਚੱਲ ਕੇ।
ਜਦੋਂ ਕੋਈ ਸਿੱਖ ਸੱਚੇ ਦਿਲੋਂ ਜਾਂਦਾ ਨਾ, ਗੁਰੂ ਮਹਾਰਾਜ ਜੀ ਫਿਰ ਚੱਲ ਕੇ ਆਉਂਦੇ ਨੇ। ਐਸੀ ਗੱਲ ਨਹੀਂ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਮਿਹਰ ਕਰੇ ਜੇ ਆਪਣੀ, ਚਸਾ ਨਾ ਵਿਸਰੈ ਸੋਏ। ਜੇ ਪਰਮਾਤਮਾ ਕਿਤੇ ਆਪਣੀ ਮਿਹਰ ਕਰ ਦੇਣਾ, ਇੱਕ ਸੈਕਿੰਡ ਲਈ ਵੀ ਪਰਮਾਤਮਾ ਨਹੀਂ ਭੁੱਲਦਾ। ਮਨ ਮੇਰੇ ਸਾਚਾ ਸੇਵ, ਜਿਸ ਚਿਰ ਸਾਸ। ਸਾਸ ਸੱਸੇ ਨੂੰ ਔਂਕੜ ਲਾਈ ਹੈ ਮੇਰੇ ਮਨਾ, ਜਿੰਨਾ ਚਿਰ ਇੱਕ ਵੀ ਸਵਾਸ ਤੇਰੇ ਸਰੀਰ 'ਚ ਹੈ ਨਾ, ਉਦੋਂ ਤੱਕ ਨਾਮ ਜਪੀ ਜਾ। ਇੱਕ ਥਾਂ ਹੋਰ ਲਿਖਿਆ, ਜਬ ਲਗ ਜੋਬਨ ਸਾਸ ਹੈ, ਤਬ ਲਗ ਨਾਮ ਧਿਆਏ। ਚਲਦਿਆਂ ਨਾਲ ਹਰ ਚਲਸੀ, ਹਰ ਅੰਤੇ ਲੈ ਛਡਾਏ। ਜਿੰਨਾ ਚਿਰ ਜੀਵਨ 'ਚ ਇੱਕ ਵੀ ਸਵਾਸ ਬਾਕੀ ਹੈ, ਕਹਿੰਦੇ ਉਹਨਾਂ ਚਿਰ ਨਾਮ ਜਪਦੇ ਜਾਓ। ਫਿਰ ਪਰਮਾਤਮਾ ਨਾਲ ਜਾਊ ਤੁਹਾਡੇ। ਜਿੱਥੇ ਜਮਾ ਤੋਂ ਛੁਟਕਾਉਣਾ, ਪਰਮਾਤਮਾ ਤੋਂ ਤੁਹਾਨੂੰ ਛੁਡਾ ਲਏਗਾ। ਅੰਤੇ ਲੈ ਛੁਡਾਏ, ਛੁਡਾ ਲਏਗਾ ਤੁਹਾਨੂੰ ਜਮਾ ਤੋਂ। ਇਸ ਲਈ ਅਸੀਂ ਨਾਮ ਜਪੀ ਜਾਣਾ ਹੈ ਬਸ, ਜਿੰਨਾ ਸਮਾਂ ਮਿਲੇ। ਸਾਰੇ ਨਹੀਂ ਸਾਡੇ ਵਰਗੇ, ਮੇਰੇ ਵਰਗੇ, ਮਾਨ ਸਾਹਿਬ ਵਰਗੇ ਵਿਹਲੇ। ਤੁਸੀਂ ਕੰਮ ਧੰਦਾ ਕਰਨ ਵਾਲੇ ਹੋ, ਮੈਂ ਇਸ ਗੱਲ ਨੂੰ ਜਾਣਦਾ, ਨੌਕਰੀਆਂ ਕਰਨ ਵਾਲੇ ਹੋ। ਹੋਰ ਮੇਰੇ ਕਹਿਣ ਦਾ ਭਾਵ, ਜਿੰਨਾ ਵੀ ਸਮਾਂ ਮਿਲੇ, ਜਿੰਨਾ ਸਮਾਂ ਵਿਅਰਥ ਨਹੀਂ ਗਵਾਉਣਾ। ਪਛਤਾਵਾ ਹੋਏਗਾ, ਨਹੀਂ ਤਾਂ ਬੁਢਾਪੇ ਜਾ ਕੇ ਇੱਕ ਸਮਾਂ ਹੁੰਦਾ, ਫਿਰ ਜਾ ਕੇ ਪਛਤਾਵਾ ਹੁੰਦਾ। ਜਿਹੜੇ ਚੱਜ ਨਾਲ ਨਾ ਪੜ੍ਹੇ, ਜਦੋਂ ਵੱਡੇ ਹੋ ਗਏ, ਫਿਰ ਉਹਨੂੰ ਪਛਤਾਵਾ ਹੋਇਆ। ਜੇ ਪੜ੍ਹ ਲੈਂਦੇ ਹੈ। ਇੱਕ ਭਾਈ ਨੂੰ ਪੁੱਛਿਆ, ਮੈਂ ਇਕੱਲੇ ਰੋਟੀ ਖਾ ਕੇ ਲੈ, ਮੈਂ ਯਾਰ ਕੀ ਤੂੰ ਬਾਣੀ ਪੜ੍ਹਿਆ, ਮੈਂ ਡੰਗ ਜਿਹਾ ਸਾਰਤਾ ਤੂੰ ਤਾਂ ਹੈ। ਕਹਿੰਦਾ ਬਾਬਾ ਜੀ ਗੱਲ ਇਹ ਹੈ, ਮੇਰਾ ਭਰਾ ਤੇ ਅਫਸਰ ਹੈ, ਉਹ ਤਾਂ ਪੜ੍ਹ ਗਿਆ, ਉਹ ਤਾਂ ਲੱਗ ਗਿਆ ਅਫਸਰ। ਕਹਿੰਦਾ ਮੈਂ ਨਲਾਇਕ ਸੀ, 5ਵੀਂ 'ਚੋਂ ਹਟ ਗਿਆ। ਹੁਣ ਕਹਿ ਜਾਇਦਾਦ ਤਾਂ ਕੋਈ ਹੈ ਨਹੀਂ ਸੀ, ਗਰੀਬ ਬੰਦੇ ਸੀ ਅਸੀਂ। ਫਿਰ ਮੈਂ ਕਿਸੇ ਤੋਂ ਪਾਠ ਸਿੱਖ ਲਿਆ, ਗੁਜ਼ਾਰੇ ਜੋਗਾ ਮੈਂ ਹੋ ਗਿਆ। ਹੁਣ ਤੁਸੀਂ ਆਪ ਹੀ ਸੋਚੋ ਜੀ, ਵੀ 5 ਜਮਾਤਾਂ ਪੜ੍ਹਿਆ ਬੰਦਾ ਕਿੰਨਾ ਕੁ ਵਧੀਆ ਕਰ ਲਏਗਾ, ਕਿੰਨਾ ਕੁ ਵਧੀਆ ਕਰ ਲਏਗਾ। ਡੰਗ ਤੇ ਸਾਰਨੀ, ਰੋਟੀ ਤੇ ਖਾਣੀ ਹੈ ਨਾ। ਪਛਤਾਵਾ ਹੁੰਦਾ ਬਾਅਦ 'ਚ। ਅਬ ਪਛਤਾਏ ਕਿਆ ਹੋਤ, ਜਬ ਚਿੜੀਆਂ ਚੁਗ ਗਈ ਖੇਤ। ਹੁਣ ਖੇਤ ਹੀ ਚੁਗ ਗਈਆਂ ਚਿੜੀਆਂ, ਹੁਣ ਪਛਤਾਉਣ ਦਾ। ਪਹਿਲਾਂ ਆਉਂਦਾ ਕੋਈ ਢੋਲ ਵਜਾਉਂਦਾ, ਹਾ ਕਰਦਾ, ਕੋਈ ਪਟਾਕਾ ਚਲਾਉਂਦਾ, ਕੋਈ ਗਲੇਲ ਚਲਾਉਂਦਾ, ਚਿੜੀਆਂ ਉੱਡ ਜਾਂਦੀਆਂ, ਖੇਤ ਵੱਜ ਜਾਂਦਾ। ਛੋਟਿਆਂ ਨੇ ਦੇਖਿਆ ਪਹਿਲਾਂ ਟਿੱਡੀ ਦਲ ਆਇਆ ਕਰਦਾ ਸੀ ਜੀ। ਇਹ ਨਾ ਮਾਰੂਥਲ ਦੇ ਇਲਾਕੇ, ਬਠਿੰਡੇ ਜ਼ਿਲ੍ਹੇ 'ਚ ਅਸੀਂ ਹੁੰਦੇ ਸੀ। ਨਰਮਾ ਬੀਜਿਆ, ਕਪਾਹ ਬੀਜੀ ਹੈ, ਪਤਾ ਲੱਗ ਲਿਆ ਵੀ ਆ ਰਿਹਾ ਟਿੱਡੀ ਦਾ, ਹੁਣ ਤਾਂ ਸਾਰੇ ਪੱਤੇ ਹੀ ਖਾ ਜਾਣੇ ਨੇ। ਉਹ ਨਾ ਪਤਾ ਬੜਾ ਸਿਆਪਾ ਸੀ ਉਹਦਾ ਜੀ। ਟਿੱਡੀ ਨਾਲੇ ਦੇ ਪੱਤੇ ਖਾਂਦੀ ਸੀ, ਨਾਲ ਦੀ ਨਾਲ ਹੀ ਬੱਚੇ ਜੰਮੀ ਜਾਂਦੀ ਸੀ। ਬੜਾ ਸਿਆਪਾ, ਨਾਲ ਦੀ ਨਾਲ ਅਗਲੇ ਬੱਚੇ ਜੰਮੀ ਜਾਣੇ ਨੇ। ਜਦੋਂ ਲੱਗਣਾ ਪਤਾ ਵੀ ਟਿੱਡੀ ਦਲ, ਕਿਸੇ ਕੋਲ ਬੰਦੂਕ ਹੋਣੀ, ਉਹਨੇ ਬੰਦੂਕ ਲੈ ਕੇ ਪਹੁੰਚ ਜਾਣਾ। ਕਿਸੇ ਕੋਲ ਪਟਾਕੇ ਹੋਣੇ, ਉਹ ਹੋਰ ਨਹੀਂ ਤਾਂ ਪੀਪੇ ਲੈ ਕੇ ਪਹੁੰਚ ਜਾਣਾ। ਕਿਸੇ ਕੋਲ ਢੋਲ ਹੈ, ਢੋਲ ਖੜਕਾਈ ਜਾਣਾ ਆਪਣੇ ਖੇਜ ਵੀ, ਡਰਦੇ ਹੋਏ ਅੱਗੇ ਅੱਗੇ ਜਾਈ ਜਾਣ, ਅੱਗੇ ਅੱਗੇ ਜਾਈ ਜਾਣ। ਜੇ ਕਿਤੇ 5-7 ਮਿੰਟ ਲਈ ਬਹਿ ਜਾਣ ਟਿੱਡੀ ਦਲ, ਬਸ ਖਤਮ, ਪੱਤੇ ਖਾ ਜਾਣੇ ਨੇ। ਅਤੇ ਜਿਹੜੇ ਸਾਇੰਸ ਜਾਣਦੇ ਹੋ, ਉਹਨਾਂ ਨੂੰ ਗਿਆਨ ਹੈ ਕਿ ਸੂਰਜ ਦੀਆਂ ਕਿਰਨਾਂ ਤੋਂ ਜੋ ਸਾਨੂੰ ਪ੍ਰਾਪਤ ਹੁੰਦਾ, ਪੱਤਿਆਂ ਰਾਹੀਂ ਹੁੰਦਾ। ਜੇ ਪੱਤੇ ਹੀ ਨਹੀਂ ਤਾਂ ਦਰਖਤ ਕੀ ਸੁਆਹ ਹੋਵੇਗਾ, ਉੱਥੇ ਕੁਛ ਵੀ ਨਹੀਂ ਹੋਏਗਾ। ਆਹ ਬੜਾ ਇਹ ਸੀ। ਫਿਰ ਪਛਤਾਵਾ ਹੁੰਦਾ, ਜੇ ਨਾ ਹੁਣ ਵਜਾਉਂਦੇ ਢੋਲ ਢੋਲ ਅਤੇ ਅਗਲੇ ਟਿੱਡੀ ਦਲ ਨੇ ਖਾ ਜਾਣਾ ਸੀ। ਫਿਰ ਰੋਈ ਜੋ ਉੱਥੇ ਬੈਠੇ ਹੋਏ। ਇਸ ਲਈ ਹਰ ਇੱਕ ਚੀਜ਼ ਦਾ ਸਮਾਂ ਹੁੰਦਾ ਹੈ। ਸਮੇਂ ਦੀ ਇੱਕ ਕੁ ਸਮੇਂ ਦੀ 100, ਐਵੇਂ ਤਾਂ ਨਹੀਂ ਕਹਿੰਦੇ। ਫਿਰ ਹਾਂ, ਇਹ ਸਟਿਚ ਇਨ ਟਾਈਮ ਸੇਵਜ਼ 9, ਅੰਗਰੇਜ਼ੀ ਵਾਲੇ ਕਹਿੰਦੇ। ਹੁਣੇ ਕਮੀਜ਼ ਉਧੜਿਆ, ਉਹਦੇ ਇੱਕੋ ਤੋਪਾ ਲੱਗੇ, ਔਰ ਨਹੀਂ ਸਿਉਂਦਾ, ਕੁਝ ਦਿਨ ਉਧੜਦਾ ਗਿੱਠ ਉਧੜ ਜਾਣਾ। ਫਿਰ ਕਿ 9 ਤੋਪੇ ਲਾਉਣੇ ਪੈਣਗੇ। ਹਰ ਇੱਕ ਚੀਜ਼ ਦਾ ਸਮਾਂ ਹੁੰਦਾ। ਜਵਾਨੀ ਤੋਂ ਵਧੀਆ ਹੋਰ ਕੋਈ ਸਮਾਂ ਨਹੀਂ ਹੁੰਦਾ। ਬਚਪਨ 'ਚ ਗਿਆਨ ਨਹੀਂ ਹੁੰਦਾ, ਬੁਢਾਪੇ 'ਚ ਜਪ ਨਹੀਂ ਹੁੰਦਾ, ਜਵਾਨੀ ਦਾ ਪੂਰੀ ਐਨਰਜੀ ਹੁੰਦੀ ਹੈ। ਮੈਨੂੰ ਸਭ ਕੁਝ ਯਾਦ ਹੈ ਆਪਣੇ ਜੀਵਨ ਦਾ। ਘੰਟਿਆਂ ਬੱਧੀ ਮੈਂ ਲੱਗਾ ਰਹਿੰਦਾ ਹੁੰਦਾ ਸੀ। ਮੈਨੂੰ ਕਈ ਵਾਰੀ ਯਾਦ ਹੀ ਨਹੀਂ ਸੀ, ਰਾਤ ਦੇ 2 ਵੱਜ ਗਏ 3 ਵੱਜ ਗਏ। ਜਦੋਂ ਮੈਨੂੰ ਯਾਦ ਆਉਣਾ, ਮੈਂ ਕਹਿੰਦਾ ਓਹ ਮੈਂ ਤਾਂ ਸਵੇਰੇ ਉੱਠਣਾ, ਸਕੂਲ ਵੀ ਜਾਣਾ ਹੈ। ਧਰਦੇ ਮੈਂ ਆਪਣੀ ਪੋਥੀ ਧਰ ਕੇ ਲੇਟ ਜਾਣਾ। ਮੈਂ ਇੰਨਾ ਸੀ, ਇੰਨੀ ਐਨਰਜੀ ਉਦੋਂ ਹੁੰਦੀ ਸੀ ਜਵਾਨੀ।
ਹੁਣ ਤਾਂ ਵਾਸੀਆਂ ਜੀ ਆਈ ਜਾਂਦੇ, ਡੰਗ ਜਿਹਾ ਸਾਰੀ ਦਾ ਹੁਣ ਤਾਂ ਐਵੇਂ ਨਾ ਡੰਗ ਸਾਰਨ ਵਾਲੀ ਗੱਲ ਹੈ, ਉਹ ਨਹੀਂ ਗੱਲ ਬਣਦੀ। ਉਹ ਵੇਲਾ ਯਾਦ ਕਰ, ਹੁਣ ਕੀ ਬਣਦਾ। ਹਾਂਜੀ, ਇਸ ਲਈ ਵੇਲਾ ਹੈ, ਜਿਹੜੇ ਜਵਾਨ ਬੈਠੇ ਹੋ ਨਾ, ਜਿੰਨਾ ਵੀ ਸਮਾਂ ਮਿਲੇ ਉਹਦਾ ਸਦਉਪਯੋਗ ਕਰੋ, ਸਮਾਂ ਮੁੜ ਕੇ ਨਹੀਂ ਆਇਆ ਕਰਦਾ। ਗੁਰੂ ਮਹਾਰਾਜ ਕਹਿੰਦੇ, ਮਨ ਮੇਰੇ ਸਾਚਾ ਸੇਵ ਜਿਚਰ ਸਾਸ, ਹੈ ਮੇਰੇ ਮਨ ਜਿੰਨਾ ਚਿਰ ਸਵਾਸ ਚੱਲਣਾ, ਇੱਕ ਵੀ ਅੰਦਰ ਨਾਮ ਜਪੀ ਜਾ। ਬਿਨ ਸੱਚੇ ਸਭ ਕੂੜ ਹੈ, ਅੰਤੇ ਹੋਏ ਵਿਨਾਸ਼। ਪਰਮਾਤਮਾ ਦੇ ਨਾਮ ਤੋਂ ਬਿਨਾਂ ਸਭ ਕੂੜ ਹੈ, ਇਹਨੇ ਅੰਤ ਨੂੰ ਨਾਸ ਹੋ ਜਾਣਾ, ਖਤਮ ਹੋ ਜਾਣਾ। ਬਾਕੀ ਜੋ ਕੁਛ ਵੀ ਹੈ ਉਹ ਤਾਂ ਸਭ ਵਿਨਾਸ਼ ਹੋ ਜਾਣਾ, ਉਹ ਤਾਂ ਸਾਰਾ ਨਾਸ ਹੋ ਜਾਣਾ। ਸਿਰਫ ਪਰਮਾਤਮਾ ਦੇ ਨਾਮ ਨੇ ਹੀ ਰਹਿਣਾ ਹੈ। ਇਸ ਲਈ ਭਾਈ ਲੋੜ ਅਨੁਸਾਰ ਚੀਜ਼ਾਂ ਇਕੱਠੀਆਂ ਕਰੋ, ਬੇਲੋੜੀਆਂ ਚੀਜ਼ਾਂ ਘਰ 'ਚ ਇਕੱਠੀਆਂ ਨਹੀਂ ਕਰਨੀਆਂ। ਬੇਲੋੜੀ ਚੀਜ਼ ਕਦੇ ਘਰ 'ਚ ਕੋਈ ਨਹੀਂ ਲੈ, ਚਾਹੇ ਕੋਲ ਕਿੰਨੇ ਪੈਸੇ ਕਿਉਂ ਨਾ ਹੋਣ। ਪੈਸੇ ਦਾ ਸਦਉਪਯੋਗ ਕਰਨਾ ਹੈ, ਪੈਸੇ ਦੀ ਵਰਤੋਂ ਕਰਨੀ ਹੈ, ਖਰਚਣਾ ਨਹੀਂ। ਪੈਸਾ ਵਰਤਣਾ, ਖਰਚਣਾ ਨਹੀਂ। ਵਰਤਣ ਨਾਲ ਕਦੇ ਨਹੀਂ ਮੁੱਕਦਾ ਅਤੇ ਖਰਚਣ ਨਾਲ ਅੱਜ ਹੀ ਮੁੱਕ ਜਾਏਗਾ। ਗੱਲ ਹੌਲੀ ਸਮਝ ਆ ਜਾਏਗੀ। ਪੈਸਾ ਵਰਤੀ ਦਾ, ਖਰਚੀ ਦਾ ਨਹੀਂ ਹੁੰਦਾ। ਪਰ ਮੈਨੂੰ ਅਫਸੋਸ ਹੈ, ਵਰਤਦੇ 2-3% ਨੇ, 97% ਦੇ ਖਰਚ ਕਰਨ ਵਾਲੇ ਨੇ, ਅਤੇ ਫਿਰ ਭੁੱਖੇ ਨੰਗੇ ਤੇ ਆਪੇ ਹੀ ਹੋਣਾ ਹੈਗਾ। ਗੁਰੂ ਮਹਾਰਾਜ ਕਿਰਪਾ ਕਰਨ, ਜਿੰਨਾ ਵੀ ਸਮਾਂ ਮਿਲੇ ਸ਼ੁਭ ਕਰਮ ਕਰੋ ਅਤੇ ਨਾਮ ਜਪੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।